चित ना आवे नाव। सुल्तान होवा मेल लश्कर, तख्त राखा पाओ। हुक्म हासिल करी बैठा, नानका सब वाओ। मत देख भूला विसरै, तेरा चित ना आवे नाव। सुल्तान होवा मेल लश्कर, तख्त राखा पाओ। हुक्म हासिल करी बैठा, नानका सब वाओ। मत देख भूला बिसरै, तेरा चित ना आवे नाओ। परम सन्मानयोग जुगो जुग अटल, तख्त चबर दे मालक, गरीब नवाज सतगुरु धन धन साहिब श्री गुरु ग्रंथ साहिब जी महाराज जी दी पावन पवित्र हजूरी अंदर बैठन दा सुभाग आपां सब नूं गुरु कृपा दा सदका मिलिया है। आओ लड़ीवार सतगुरु जी दी पावन बाणी दी विचार आपां इस अस्थान ते निता प्रति श्रवण करदे हां। अज धन गुरु ग्रंथ साहिब सच्चे पातशाह महाराज जी दे पावन अंग 14 ते श्री राग दी आरंभता है। धन गुरु नानक साहिब सच्चे पातशाह जी का शब्द आपां श्रवण कीता है। एक बार आप दी करो कृपा, मन एकाग्र करदियां गुरु बख्शी फतेह बुलाओ। आखो जी वाहिगुरु जी का खालसा, वाहिगुरु जी की फतेह। चेता रखियो धन गुरु ग्रंथ साहिब जी की पावन बाणी अंदर 31 राग दर्ज ने। 31 रागां विचों जिहड़ा पहला राग है श्री राग महाराज दर्ज करते हैं। इहदी आरंभता महाराज गुरु ग्रंथ साहिब जी के 14 अंग तो करते हैं। ये साडे ध्यान विच रहे गल। जपजी साहिब के पाठ उपर किसी राग का सिरलेख नहीं। फिर सोदर सो पुरख दे शब्द सोहला साहिब, इन्हां पावन बाणियां दे उपर किसी राग का सिरलेख नहीं है। गुरु ग्रंथ साहिब विच 31 राग ने। जे सानू कोई पुछ ले भी गुरु ग्रंथ साहिब जी का पहला राग किहड़ा है, तो पहला राग गुरु ग्रंथ साहिब जी का श्री राग है। किस अंग तो आरंभ हुंदा है? धन गुरु ग्रंथ साहिब जी के 14 अंग तो आरंभ हुंदा है। अज महाराज ने इत्थे 14 अंग तो आरंभता विच धन गुरु नानक साहिब जी का शब्द है। अज का शब्द महाराज ने इहदे विच बड़ी कृपा की। बार बार महाराज ने रहाओ वाली एक तुक वरती, हर बिन जियो जल बल जाऊं, मैं अपना गुर पूछ देखिया अवर नाही थाऊं,
ਕਹਿਣ ਲੱਗੇ ਪਰਮੇਸ਼ਵਰ ਦੇ ਨਾਮ ਤੋਂ ਬਿਨਾ ਤੈਨੂੰ ਜੋ ਵੀ ਮਿਲੇ, ਉਹ ਮਹਾਰਾਜ ਨੇ 4 ਪਦਿਆਂ ਵਿੱਚ ਉਹਦਾ ਜ਼ਿਕਰ ਕੀਤਾ ਹੈ। ਪਰ ਇੱਕ ਗੱਲ ਚੇਤਾ ਰੱਖ, ਜੇ ਨਾਮ ਪੱਲੇ ਨਹੀਂ, ਮਹਾਰਾਜ ਕਹਿਣ ਲੱਗੇ ਨਾਮ ਤੋਂ ਬਿਨਾ ਤੇ ਮਨ ਨੂੰ ਸੜਨਾ ਜਲਣਾ ਹੈ, ਇਹ ਤੋਂ ਵੱਧ ਕੇ ਕੁਝ ਨਹੀਂ। ਮਹਾਰਾਜ ਕਿ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ, ਨਾਮ ਤੋਂ ਬਿਨਾ ਕਿਸੇ ਨੂੰ ਰੱਬ ਦੇ ਘਰ ਥਾਂ ਨਹੀਂ ਮਿਲਦੀ। ਮਹਾਰਾਜ ਬਚਨ ਆਰੰਭਦੇ ਨੇ, ਇੱਕ ਇੱਕ ਸ਼ਬਦ ਵੱਲ ਖਿਆਲ ਕਰਿਓ। ਆਰੰਭਤਾ ਵਿੱਚ ਲਿਖਦੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਨੂੰ ਮੰਗਲ ਕਿਹਾ ਜਾਂਦਾ ਹੈ। ਮਹਾਰਾਜ ਰਾਗ ਦੇ ਆਰੰਭਤਾ ਵਿੱਚ ਲਿਖਦੇ ਨੇ, ਮਹਾਰਾਜ ਕਹਿਣ ਲੱਗੇ ਇੱਕ ਓੰਕਾਰ, ਪ੍ਰਮਾਤਮਾ ਇੱਕ ਹੈ, ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਫਿਰ ਅੱਗੇ ਮਹਾਰਾਜ ਨੇ ਬਚਨ ਲਿਖਿਆ, ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਘਰ ਪਹਿਲਾ। ਜਿਨ੍ਹਾਂ ਇਸ ਪਾਵਨ ਅੰਗ ਦਾ, ਪਾਵਨ ਬਚਨ ਦਾ ਦੀਦਾਰ ਕੀਤਾ ਹੋਵੇ, ਇੱਥੇ ਇੱਕ ਗੱਲ ਮਹਾਰਾਜ ਨੇ ਬੜੀ ਰਮਜ ਭਰੀ ਰੱਖੀ, ਬਾਣੀ ਪੜ੍ਹਨ ਵਾਲੇ ਧਿਆਨ ਦਿਓ। ਮਹਾਰਾਜ ਨੇ ਜਦੋਂ ਲਿਖਿਆ ਨਾ, ਰਾਗ ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤੇ ਮਹਾਰਾਜ ਨੇ ਇੱਥੇ ਪੱਪਾ ਮੁਕਤਾ ਹਾਹੇ ਸਿਹਾਰੀ ਲੱਲੇ ਕੰਨਾ ਪਹਿਲਾ ਸ਼ਬਦ ਪਾਇਆ। ਫਿਰ ਧਿਆਨ ਨਾਲ ਦੇਖਿਓ, ਤੁਹਾਨੂੰ ਇਸ ਸ਼ਬਦ ਵਿੱਚ ਹੀ ਮਿਲੇਗਾ। ਫਿਰ ਮਹਾਰਾਜ ਨੇ ਗਿਣਤੀ ਦਾ ਇੱਕ ਪਾਇਆ, ਫਿਰ ਲਿਖਿਆ ਘਰ, ਫਿਰ ਗਿਣਤੀ ਦਾ ਇੱਕ। ਹੁਣ ਮਹਾਰਾਜ ਨੇ ਇੱਥੇ ਗਿਣਤੀ ਦਾ ਇੱਕ ਵੀ ਪਾਇਆ ਪਹਿਲਾ, ਤੇ ਮਹਾਰਾਜ ਨੇ ਉਂਝ ਗੁਰਮੁਖੀ ਅੰਦਰ, ਬਾਣੀ ਅੰਦਰ ਪੱਪਾ ਹਾਹੇ ਸਿਹਾਰੀ ਲੱਲਾ ਕੰਨਾ ਪਹਿਲਾ ਵੀ ਲਿਖਿਆ। ਇਹ ਕਿਉਂ ਲਿਖਿਆ ਮਹਾਰਾਜ ਨੇ? ਇਹ ਤਾਂ ਕਰਕੇ ਲਿਖ, ਇਹਨੂੰ ਬੋਲਣਾ ਇੱਕੋ ਵਾਰ ਹੈ, ਹਾਲਾਂਕਿ 2 ਵਾਰੀ ਸ਼ਬਦ ਆ ਗਿਆ। ਇੱਕ ਵਾਰ ਤੇ ਮਹਾਰਾਜ ਨੇ ਲਿਖਤੀ ਤੌਰ ਤੇ ਲਿਖਿਆ, ਇੱਕ ਵਾਰ ਗਿਣਤੀ 'ਚ ਲਿਖਿਆ, ਬੋਲਣਾ ਇਹਨੂੰ ਇੱਕ ਵਾਰ। ਪਰ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੱਸਿਆ ਹੈ ਕਿ ਸਿੱਖਾ ਜਿਹੜਾ ਗਿਣਤੀ ਦਾ ਇੱਕ ਆਏਗਾ, ਉਹਨੂੰ ਪਹਿਲਾ ਸ਼ਬਦ ਹੀ ਪੁਕਾਰਨਾ, ਉਹਨੂੰ ਇੱਕ ਨਹੀਂ ਕਹਿਣਾ। ਮੇਰੀ ਬੇਨਤੀ ਨੂੰ ਫਿਰ ਥੋੜਾ ਸਮਝ ਲਿਓ। ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸ਼ਬਦ ਵਿੱਚ ਤੁਹਾਨੂੰ ਮਿਲੇਗਾ, ਅਗਾਂਹ ਜਾ ਕੇ ਨਹੀਂ ਮਿਲੇਗਾ। ਇੱਥੇ ਮਹਾਰਾਜ ਜਦੋਂ ਲਿਖਦੇ ਨੇ ਰਾਗ ਸ੍ਰੀ ਰਾਗ, ਰਾਗ ਸ੍ਰੀ ਰਾਗ ਹੈ ਮਹੱਲਾ ਪਹਿਲਾ, ਪਹਿਲਾਂ ਪਾਉਣਗੇ ਪੱਪਾ ਹਾਹੇ ਸਿਹਾਰੀ ਲੱਲੇ ਕੰਨਾ ਪਹਿਲਾ, ਫਿਰ ਗਿਣਤੀ ਦਾ ਇੱਕ ਪਾਉਣਗੇ, ਫਿਰ ਘਰ ਪਹਿਲਾ। ਮਹਾਰਾਜ ਕਹਿਣ ਲੱਗੇ ਜਿਹੜਾ ਗਿਣਤੀ ਦਾ ਇੱਕ ਹੈ, ਇਹਨੂੰ ਚੇਤਾ ਰੱਖੀ, ਪਹਿਲਾ ਸ਼ਬਦ ਕਹਿਣਾ ਹੈ। ਤੇ ਮੈਂ ਅਰਜ਼ ਕੀਤੀ ਸੀ, ਇਹਨੂੰ ਪਹਿਲਾ ਵੀ ਨਹੀਂ ਕਹਿਣਾ। ਜੇ ਪਹਿਲਾ ਕਹੋਗੇ ਫਿਰ ਪੱਪੇ ਦੁਲਾਮਾ ਲੱਲੇ ਕੰਨਾ ਰਹਿ ਜਾਏਗਾ। ਬਾਣੀ ਪੜ੍ਹਦਿਆਂ ਅਸੀਂ ਖਿਆਲ ਰੱਖੀਏ, ਇਹਨੂੰ ਪੜ੍ਹਦਿਆਂ ਕਹਾਂਗੇ ਪਹਿਲਾ, ਘਰ ਪਹਿਲਾ। ਪਹਿਲੇ ਪਾਤਸ਼ਾਹ ਜੀ ਦਾ ਬਚਨ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਸ੍ਰੀ ਰਾਗ ਵਿੱਚ ਹੈ। ਹਜ਼ੂਰ ਨੇ ਇਹਨੂੰ ਪਹਿਲੇ ਘਰ ਵਿੱਚ ਉਚਾਰਨ ਕੀਤਾ। ਹੁਣ ਮਹਾਰਾਜ ਬਚਨ ਆਰੰਭਦੇ ਨੇ, ਕਹਿਣ ਲੱਗੇ ਮੋਤੀ ਤਾਂ ਮੰਦਰ ਊਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ। ਇਹਦੇ ਅਰਥ ਨੇ, ਮਹਾਰਾਜ ਕਹਿਣ ਲੱਗੇ ਜੇ ਕਿਸੇ ਦਾ, ਮਹਾਰਾਜ ਕਹਿੰਦੇ ਆਪਣਾ ਘਰ ਮੈਂ, ਮੋਤੀ ਤਾਂ ਮੰਦਰ ਊਸਰੇ, ਮੰਦਰ ਦਾ ਅਰਥ ਹੁੰਦੇ ਘਰ, ਮੋਤੀਆਂ ਦਾ ਘਰ ਬਣਾ ਲਵਾਂ। ਮੋਤੀ ਤਾਂ ਮੰਦਰ ਊਸਰੇ, ਮੋਤੀਆਂ ਦਾ ਘਰ ਖੜਾ ਕਰ ਲਵਾਂ। ਫਿਰ ਰਤਨੀ ਤਾਂ ਹੋਏ ਜੜਾਓ, ਤੇ ਉਹ ਘਰ ਕੋਈ ਚਮਕਦਾ ਪੱਥਰ ਨਾ ਲੱਗਿਆ ਹੋਵੇ। ਮਹਾਰਾਜ ਕਹਿਣ ਲੱਗੇ ਉਹ ਰਤਨਾਂ ਨਾਲ ਜੜਿਆ ਹੋਵੇ। ਪਹਿਲੀ ਗੱਲ ਤੇ ਮੋਤੀ ਬੜੇ ਕੀਮਤੀ ਨੇ, ਮੋਤੀਆਂ ਦਾ ਘਰ ਬਣਿਆ ਹੋਵੇ। ਮਹਾਰਾਜ ਕਹਿੰਦੇ ਉਹ ਰਤਨਾਂ ਨਾਲ ਜੜਿਆ ਹੋਵੇ। ਫਿਰ ਕਹਿਣ ਲੱਗੇ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਉ। ਹੁਣ ਇੱਥੇ 3 ਸ਼ਬਦ ਵਰਤੇ, 4, ਕਸਤੂਰ ਕੁੰਗੂ ਅਗਰ ਤੇ ਚੰਦਨ।
ਮਾਰੇ ਕਹਿੰਦੇ ਉਸ ਘਰ ਵਿੱਚੋਂ ਕਸਤੂਰੀ ਦੀ ਮਹਿਕ ਆਉਂਦੀ ਹੋਵੇ। ਕਸਤੂਰ ਕੀ ਹੈ? ਆਪ ਜੀ ਦੀ ਗਿਆਤ ਲਈ ਬੇਨਤੀ ਕਰਾਂ, ਹਿਰਨਾਂ ਦੇ ਵਿੱਚੋਂ ਜਿਹੜੇ ਹਿਰਨ ਨੇ, ਇੱਕ ਖਾਸ ਕਿਸਮ ਦੇ ਹਿਰਨ ਨੇ, ਸਾਰੇ ਨਹੀਂ, ਕਹਿੰਦੇ ਨੇ ਤਿੱਬਤ ਦੇ ਇਲਾਕੇ ਵਿੱਚ ਮਿਲਦੇ ਨੇ, ਠੰਡੇ ਥਾਂ ਤੇ ਰਹਿੰਦੇ ਨੇ, ਪਹਾੜੀ ਏਰੀਏ ਵਿੱਚ। ਖਾਸ ਕਿਸਮ ਦੇ ਹਿਰਨ ਨੇ, ਉਹਨਾਂ ਦੀ ਨਾਭੀ ਵਿੱਚ ਇੱਕ ਗੰਢ ਹੁੰਦੀ ਹੈ। ਉਸ ਗੰਢ ਵਿੱਚ ਕਸਤੂਰੀ ਰੱਬ ਵੱਲੋਂ ਉਹਨਾਂ ਦੇ ਅੰਦਰ ਸਰੀਰ ਦੇ ਇੱਕ ਦਾਤ ਪਾਈ ਹੈ। ਉਹ ਜਿਹੜੀ ਕਸਤੂਰੀ ਹੈ ਹਿਰਨਾਂ ਵਿੱਚੋਂ ਕੱਢ ਵੀ ਲੈਂਦੇ ਨੇ। ਉਹਦੀ ਮਹਿਕ ਇੰਨੀ ਸੁਗੰਧਤ ਹੈ ਕਿ ਬੰਦਾ ਦੂਰੋਂ ਵੀ ਕਿਤੇ ਕਸਤੂਰੀ ਪਈ ਹੋਵੇ ਉਹਦੀ ਮਹਿਕ ਤੇ ਲੁਭਾਇਮਾਨ ਹੁੰਦਾ ਹੈ। ਵੈਸੇ ਉਹ ਕਸਤੂਰੀ ਦਵਾਵਾਂ ਵਿੱਚ ਵੀ ਪੈਂਦੀ, ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਾਣੀ ਵਿੱਚ ਹੋਰ ਵੀ ਬਚਨ ਵਰਤਿਆ ਹੈ। ਮਹਾਰਾਜ ਕਹਿਣ ਲੱਗੇ, ਜਿਉ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਉਂਝ ਮਹਾਰਾਜ ਕਹਿੰਦੇ ਜਿਹੜਾ ਮਿਰਗ ਹੈ ਨਾ, ਉਹਨੂੰ ਹਜ਼ੂਰ ਕਹਿੰਦੇ ਕਸਤੂਰੀ ਉਹਦੀ ਨਾਭੀ ਵੇਚੇ, ਉਹਨੂੰ ਆਉਂਦੀ ਹੈ ਸੁਗੰਧ, ਤੇ ਫਿਰ ਉਹਨੂੰ ਜਾਪਦਾ ਵੀ ਸ਼ਾਇਦ ਇਹ ਸੁਗੰਧ ਪਹਾੜਾਂ ਵਿੱਚੋਂ ਇੱਧਰ ਉੱਧਰ ਦੌੜਦਾ। ਮਹਾਰਾਜ ਕਹਿਣ ਲੱਗੇ ਸੁਗੰਧ ਦੀ ਖਾਤਰ। ਪਰ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਬੰਦੇ, ਜਿਵੇਂ ਤੇਰੇ ਹਿਰਦੇ ਵਿੱਚ ਨਾਮ ਪਿਆ, ਮਿਰਗ ਦੇ ਕੋਲ ਆਪਣੇ ਕੋਲ ਕਸਤੂਰੀ ਹੈ, ਜਿਵੇਂ ਤੇਰੇ ਹਿਰਦੇ ਵਿੱਚ ਨਾਮ ਹੈ, ਤੂੰ ਬਾਹਰ ਭੜਕਦਾ, ਮੇਰੇ ਕੋਲ ਕਸਤੂਰੀ ਹੋ ਪਰ ਸੁਗੰਧ ਖਾਤਰ ਬਾਹਰ ਭੜਕਦਾ, ਸੂਝ ਤੋਂ ਬਿਨਾਂ। ਮੈਂ ਫਿਰ ਬੇਨਤੀ ਨੂੰ ਸੁਣਿਓ, ਇੱਥੇ ਮਹਾਰਾਜ ਨੇ ਬਚਨ ਵਰਤੇ, ਉਹ ਕਸਤੂਰੀ। ਮਹਾਰਾਜ ਕਹਿਣ ਲੱਗੇ ਤੇਰਾ ਘਰ ਮੋਤੀਆਂ ਦਾ ਬਣਿਆ ਹੋਵੇ, ਉਹ ਮਹਾਰਾਜ ਕਹਿਣ ਲੱਗੇ ਰਤਨਾਂ ਨਾਲ ਜੜਿਆ ਹੋਵੇ, ਇਸ ਤਰ੍ਹਾਂ ਦਾ ਕੀਮਤੀ ਘਰ ਬਣਾਵੇਂ। ਫਿਰ ਹਜ਼ੂਰ ਨੇ ਕਿਹਾ ਉਹਦੇ ਵਿੱਚੋਂ ਕਸਤੂਰੀ ਦੀ ਮਹਿਕ ਆਵੇ। ਦੂਸਰਾ ਬਚਨ ਵਰਤਿਆ ਕੁੰਗੂ, ਕਸਤੂਰ, ਕੁੰਗੂ। ਕੁੰਗੂ ਦਾ ਅਰਥ ਹੁੰਦੇ ਜੀ ਕੇਸਰ। ਕੇਸਰ ਹੈ ਜਿਹੜਾ, ਇਹ ਵੀ ਚੇਤਾ ਰੱਖਿਓ ਆਪ ਜੀ, ਕਸ਼ਮੀਰ ਦੇ ਇਲਾਕੇ ਵਿੱਚ ਪਾਇਆ ਜਾਂਦਾ ਹੈ। ਬੂਟਾ ਹੈ ਇੱਕ ਛੋਟਾ ਜਿਹਾ ਕੇਸਰ ਦਾ, ਉਹਦੇ ਗੰਢਾਂ ਦੀਆਂ ਲੱਗਦੀਆਂ ਨੇ, ਉਹਨਾਂ ਵਿੱਚੋਂ ਪੱਤੇ ਨਿਕਲਦੇ ਨੇ, ਜੋ ਵਿਦਵਾਨਾਂ ਲਿਖਿਆ ਵੀ ਅਸਲ ਵਿੱਚ ਜਿਵੇਂ ਗੰਢੇ ਦੀਆਂ ਭੂਖਾਂ ਨੇ, ਇਸ ਤਰ੍ਹਾਂ ਦਾ ਉਹਨਾਂ ਵਿੱਚੋਂ ਆਕਾਰ ਦੇ ਪੱਤੀਆਂ ਨਿਕਲਦੀਆਂ ਨੇ। ਉਹਨਾਂ ਵਿੱਚ ਵੀ ਅੱਤ ਦੀ ਮਹਿਕ ਹੁੰਦੀ ਹੈ, ਬਹੁਤ ਮਹਿਕ ਵਾਲਾ ਹੈ। ਕੇਸਰ ਦਵਾ ਵਿੱਚ ਪੈਂਦਾ ਹੈ, ਕੇਸਰ ਦੀ ਸੁਗੰਧ ਬਹੁਤ ਕੀਮਤੀ ਹੈ। ਮਹਾਰਾਜ ਨੇ ਕਿਹਾ ਬੰਦੇ ਤੇਰੇ ਘਰ ਵਿੱਚੋਂ ਕਸਤੂਰੀ ਤੇ ਕੇਸਰ ਦੀ ਮਹਿਕ ਆਉਂਦੀ ਹੋਵੇ। ਅੱਗੇ ਬਚਨ ਵਰਤੇ ਅਗਰ। ਅਗਰ ਦਾ ਅਰਥ ਇੱਥੇ ਊਦ ਦੀ ਲੱਕੜ, ਇਹ ਵੀ ਇੱਕ ਰੁੱਖ ਹੈ ਅਗਰ ਦਾ, ਬੜਾ ਕੀਮਤੀ ਰੁੱਖ ਹੈ, ਇਹ ਵੀ ਸੁਗੰਧਤ ਹੈ। ਅੱਗੇ ਮਹਾਰਾਜ ਨੇ ਕਿਹਾ ਚੰਦਨ। ਮਹਾਰਾਜ ਕਹਿਣ ਲੱਗੇ ਤੇਰੇ ਘਰ ਵਿੱਚੋਂ ਚੰਦਨ ਦੀ ਵੀ ਮਹਿਕ ਆਉਂਦੀ ਹੋਵੇ। ਚੰਦਨ ਦਾ ਰੁੱਖ ਵੀ ਆਪ ਜੀ ਨੂੰ ਪਤਾ ਹੈ, ਪੂਰੇ ਹਿੰਦੁਸਤਾਨ ਦੇ ਅੰਦਰ ਮਦਰਾਸ ਦੇ ਦੱਖਣੀ ਇਲਾਕੇ ਵਿੱਚ ਇਹ ਚੰਦਨ ਦੇ ਰੁੱਖ ਹੁੰਦੇ ਨੇ। ਹਰ ਥਾਂ ਚੰਦਨ ਦਾ ਬੂਟਾ ਨਹੀਂ ਹੁੰਦਾ। ਮਹਾਰਾਜ ਨੇ ਚੰਦਨ ਨੂੰ ਕਈ ਥਾਵਾਂ 'ਤੇ ਤਰਜੀਹ ਦਿੱਤੀ ਹੈ, ਕੀਮਤੀ ਜਾਣ ਕੇ। ਇਹ ਠੰਡਕ ਵਾਲਾ ਹੁੰਦਾ, ਇਹਦੇ ਵਿੱਚ ਇੰਨੀ ਕੁ ਠੰਡ ਹੈ ਕਿ ਸੱਪ ਵੀ ਜ਼ਹਿਰ ਨਾਲ ਜਦੋਂ ਤੜਫਦਾ, ਕਈ ਵਾਰੀ ਸੱਪ ਇਹਨੂੰ ਲਪੇਟਦਾ, ਇਹ ਆਪਣੀ ਜੀਭ ਨਾਲ ਸੱਪ ਇਸ ਰੁੱਖ ਨੂੰ ਚੱਟਦਾ, ਉਹਦੇ ਅੰਦਰ ਨੂੰ ਠੰਡ ਜਾਂਦੀ। ਇਹ ਜਿਹੜਾ ਚੰਦਨ ਦਾ ਰੁੱਖ ਹੈ, ਸਾਲ ਵਿੱਚ ਦੀ ਇੱਕ ਦੋ ਵਾਰ ਖਾਸ ਰੁੱਤ ਵਿੱਚ ਮਹਿਕ ਖਿਲਾਰਦਾ। ਜਦੋਂ ਕਹਿੰਦੇ ਨੇ ਇਹ ਮਹਿਕ ਆਪਣੀ ਖਿਲਾਰਦਾ, ਚਾਰ ਚੁਫੇਰੇ ਜੰਗਲ ਵਿੱਚ ਜਿੰਨੇ ਰੁੱਖ ਨੇ ਸਾਰਿਆਂ ਵਿੱਚੋਂ ਸੁਗੰਧ ਪੈਦਾ ਕਰ ਦਿੰਦਾ। ਮਹਾਰਾਜ ਨੇ ਇਹਨਾਂ ਦਾ ਜ਼ਿਕਰ ਕੀਤਾ। ਅੱਜ ਦਾ ਜਿਹੜਾ ਬਚਨ ਹੈ, ਮਹਾਰਾਜ ਨੇ ਇੱਥੇ ਕਿਹਾ ਮੋਤੀ ਤਾਂ ਮੰਦਰ ਉਸਰੇ, ਜਿਵੇਂ ਮੋਤੀਆਂ ਦਾ ਬੰਦੇ ਤੂੰ ਆਪਣਾ ਘਰ ਬਣਾ ਲਵੇਂ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਤੇਰਾ ਘਰ ਕੀਮਤੀ ਰਤਨਾਂ ਨਾਲ ਜੜਿਆ ਹੋਵੇ। ਅੱਗੇ ਕਿਹਾ ਜੀ
ਕਸਤੂਰ ਕੁੰਗੂ ਅਗਰ ਚੰਦਨ, ਘਰ ਵਿੱਚੋਂ ਕਸਤੂਰੀ ਦੀ ਮਹਿਕ, ਘਰ ਵਿੱਚੋਂ ਕੇਸਰ ਦਾ ਛਿੜਕਾਅ, ਇਹਦੇ ਵਿੱਚੋਂ ਅਗਰ ਦੀ ਚੰਦਨ ਦੀ ਲੱਕੜ ਦੀ ਮਹਿਕ। ਫਿਰ ਕਹਿਣ ਲੱਗੇ ਲੀਪ ਆਵੇ ਚਾਹੋ, ਮਾਨੋ ਇਹਨਾਂ ਸੁਗੰਧਿਤ ਵਸਤੂਆਂ ਨਾਲ ਤੇਰਾ ਘਰ ਲਿਪਿਆ ਹੋਵੇ, ਇੰਨਾ ਕੀਮਤੀ ਘਰ ਹੋਵੇ। ਮਹਾਰਾਜ ਨੇ ਅੱਗੇ ਇੱਕ ਤੁਕ ਵਰਤੀ, ਕਹਿਣ ਲੱਗੇ ਮਤ ਦੇਖ ਭੂਲਾ ਵਿਸਰੈ। ਮਤਾ ਇੰਨਾ ਕੀਮਤੀ ਘਰ ਹੋਵੇ, ਉਹਦੇ ਵਿੱਚ ਕਦਮ ਪਾਉਂਦੇ ਤੈਨੂੰ ਪਰਮਾਤਮਾ ਵਿਸਰ ਜਾਏ। ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਉ, ਤੇ ਤੇਰਾ ਨਾਮ ਪਰਮਾਤਮਾ ਮੈਨੂੰ ਚੇਤੇ ਨਾ ਰਹੇ। ਫਿਰ ਮੈਨੂੰ ਘਰ ਦੀ ਲੋੜ ਨਹੀਂ। ਇਹੋ ਜਿਹੀ ਮੈਂ ਇੱਥੇ ਇੱਕ ਬੇਨਤੀ ਇਸ ਵਿਸ਼ੇ ਤੇ ਯਾਦ ਰੱਖੋ, ਮਹਾਰਾਜ ਨੇ ਸਿੱਖ ਨੂੰ ਕਿਤੇ ਨਹੀਂ ਕਿਹਾ ਵੀ ਤੇਰਾ ਘਰ ਸੋਹਣਾ ਨਾ ਹੋਵੇ, ਕੀਮਤੀ ਨਾ ਹੋਵੇ। ਠੀਕ ਤੂੰ ਕਿਰਤਕਾਰ ਕਰ, ਆਪਣਾ ਘਰ ਸੋਹਣਾ ਬਣਾ। ਇਹ ਤੋਂ ਵੱਧ ਕੇ ਕੀ ਹੋਏਗਾ? ਮਹਾਰਾਜ ਤਾਂ ਕਹਿੰਦੇ ਤੇਰਾ ਘਰ ਭਾਵੇਂ ਮੋਤੀਆਂ ਦਾ ਬਣਿਆ ਹੋਵੇ, ਤੇਰਾ ਘਰ ਭਾਵੇਂ ਰਤਨਾਂ ਨਾਲ ਜੜਿਆ ਹੋਵੇ, ਤੇਰੇ ਘਰ ਵਿੱਚੋਂ ਕਸਤੂਰੀ ਦੀ, ਕੇਸਰ ਦੀ, ਅਗਰ ਦੀ, ਚੰਦਨ ਦੀ ਮਹਿਕ ਆਉਂਦੀ ਹੋਵੇ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਕੀ ਕਹਿਣ ਲੱਗੇ, ਭਲਿਆ ਇਸ ਕੀਮਤੀ ਘਰ ਵਿੱਚ ਪੈਰ ਪਾਉਂਦੇ ਆ, ਜੇ ਤੈਨੂੰ ਰੱਬ ਚੇਤੇ ਆਉਂਦਾ ਤੇਰਾ ਘਰ ਪ੍ਰਵਾਨ ਹੈ, ਪਰ ਜੇ ਘਰ ਵਿੱਚ ਪੈਰ ਪਾਉਂਦਿਆਂ ਤੈਨੂੰ ਪਰਮਾਤਮਾ ਭੁੱਲਦਾ, ਫਿਰ ਕਹਿਣ ਲੱਗੇ ਘਰ ਦੀ ਕੋਈ ਥਾਂ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ। ਮਹਾਰਾਜ ਨੇ ਬਾਣੀ ਵਿੱਚ ਬਚਨ ਵਰਤੇ। ਸਾਹਿਬ ਕਹਿੰਦੇ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨ ਤੌਲ ਹਰ ਜਾਂ ਹਰ ਬਿਸਰਾਏ। ਕਹਿਣ ਲੱਗੇ ਉਹ ਛਪਰੀ ਵੀ ਚੰਗੀ ਹੈ, ਜਿਸ ਛਪਰੀ ਵਿੱਚ ਬਹਿ ਕੇ ਤੈਨੂੰ ਪਰਮੇਸ਼ਵਰ ਦਾ ਨਾਮ ਚਿੱਤ ਵਿੱਚ ਆਉਂਦਾ ਹੈ। ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮ ਨਾ ਤੌਲ ਹਰ। ਉਹ ਕੀਮਤੀ ਮਹੱਲ ਵੀ ਕੋਈ ਕੰਮ ਦੇ ਨਹੀਂ, ਜਾ ਹਰ ਬਿਸਰਾਏ। ਜੇ ਤੈਨੂੰ ਪੈਰ ਪਾਉਂਦੇ ਹਾਂ ਉਸ ਘਰ ਵਿੱਚ ਤੈਨੂੰ ਪਰਮੇਸ਼ਵਰ ਦਾ ਨਾਮ ਭੁੱਲਦਾ ਹੈ। ਮੈਂ ਪਹਿਲਾਂ ਅਰਜ਼ ਕੀਤੀ, ਮਹਾਰਾਜ ਨੇ ਕਿਹਾ ਵੀ ਤੇਰਾ ਘਰ ਨਾ ਮਾੜਾ ਹੋਵੇ, ਮੈਨੂੰ ਕੋਈ ਇਤਰਾਜ਼ ਨਹੀਂ, ਚੰਗਾ ਹੋਵੇ, ਪਰ ਜੇ ਰੱਬ ਚੇਤੇ ਦੇ ਤੇਰਾ ਘਰ ਪਰਵਾਹ ਨਹੀਂ। ਰੱਬ ਚੇਤੇ ਨਹੀਂ, ਮਹਾਰਾਜ ਕਹਿਣ ਲੱਗੇ ਤੇਰੇ ਘਰ ਨੂੰ ਕੋਈ ਥਾਂ ਨਹੀਂ। ਬਾਬੇ ਫਰੀਦ ਸਾਹਿਬ ਦੇ 2 ਸ਼ਲੋਕ ਆਉਂਦੇ ਨੇ, ਉਹਨਾਂ ਕਿਹਾ ਬੰਦੇ ਕਈ ਵਾਰੀ ਤੂੰ ਸਾਰਾ ਆਪਣਾ ਜੀਵਨ ਘਰ ਬਣਾਉਣ ਤੇ ਲਾ ਦਿੰਦਾ, ਪਰ ਧਰਮ ਵਾਲਾ ਪਾਸਾ, ਰੱਬ ਵਾਲਾ ਪਾਸਾ ਤੈਨੂੰ ਚੇਤੇ ਵੀ ਨਹੀਂ ਰਹਿੰਦਾ। ਉੱਥੇ ਬਾਬਾ ਜੀ ਨੇ ਇੱਕ ਬਚਨ ਵਰਤਿਆ, ਕਹਿਣ ਲੱਗੇ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀ। ਕਹਿਣ ਲੱਗੇ ਯਾਦ ਰੱਖ ਤੂੰ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ। ਕੱਲਾ ਤੂੰ ਘਰਾਂ ਵਿੱਚ ਇਹਨਾਂ ਵਿੱਚ ਆਪਣਾ ਚਿੱਤ ਲਾ ਕੇ ਨਾ ਬਹਿ, ਪਰ ਯਾਦ ਰੱਖੀ ਕਹਿਣ ਲੱਗੇ ਜਦੋਂ ਕਬਰ ਤੇਰੀ ਪੁੱਟੀ ਜਾਏਗੀ, ਮਿੱਟੀ ਪਈ ਅਤੋਲਵੀ, ਬਿਨਾਂ ਤੋਲਣ ਤੋਂ ਤੇਰੇ ਤੇ ਮਿੱਟੀ ਪਾਈ ਜਾਏਗੀ। ਜਾਂ ਜਿਹਨੂੰ ਕਿਹਾ ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇ ਦੇ ਪੀ ਗਏ। ਕਹਿਣ ਲੱਗੇ ਦਿਨ ਰਾਤ ਮਹੱਲ ਕਰੇ, ਆਪਣਾ ਮਕਾਨ ਤਿਆਰ ਕਰਦੇ ਰਹੇ ਸਾਰੀ ਜ਼ਿੰਦਗੀ। ਕੋਠੇ ਮੰਡਪ ਮਾੜੀਆਂ ਉਸਾਰੇ ਦੇ ਪੀ ਗਏ, ਕੂੜਾ ਸੌਦਾ ਕਰ ਗਏ ਗੋਰੀ ਆਏ ਪਏ। ਸਾਰੀ ਜ਼ਿੰਦਗੀ ਮਹਾਰਾਜ ਕਹਿਣ ਲੱਗੇ ਕੂੜ ਦਾ ਸੌਦਾ ਕਰਦਾ ਰਿਹਾ, ਅਖੀਰ ਤੂੰ ਕਬਰ ਵਿੱਚ ਆ ਗਿਆ। ਮਹਾਰਾਜ ਨੇ ਇਹਨੂੰ ਕਿਹਾ, ਕਹਿਣ ਲੱਗੇ ਆਪਣਾ ਮਹੱਲ ਹੈ ਜਿਹੜਾ ਘਰ ਹੈ, ਉਹਦੇ ਵਿੱਚ ਤੈਨੂੰ ਰੱਬ ਚੇਤਾ। ਬਾਬੇ ਕਬੀਰ ਸਾਹਿਬ ਦਾ ਜਿਹੜਾ ਸ਼ਲੋਕ ਆਪਾਂ ਪੜ੍ਹਦੇ ਹਾਂ ਬਾਣੀ ਵਿੱਚੋਂ, ਉਹ ਤੇ ਉਹਨਾਂ ਕਮਾਲ ਦਾ ਬਚਨ ਕਿਹਾ ਜੀ। ਕਹਿਣ ਲੱਗੇ ਜਿਸ ਘਰ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ, ਜਿਸ ਘਰ ਵਿੱਚ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਆਓ ਭਗਤ ਨਹੀਂ, ਤੇ ਜਿਸ ਘਰ ਵਿੱਚ ਨਾਮ ਨਹੀਂ, ਕਹਿਣ ਲੱਗੇ ਉਹ ਘਰ ਨਹੀਂ, ਅਸਲ ਵਿੱਚ ਉਹ ਸ਼ਮਸ਼ਾਨ ਘਾਟ ਨੇ। ਉਸ ਘਰ ਵਿੱਚ ਰਹਿਣ ਵਾਲੇ ਮਨੁੱਖ ਨਹੀਂ, ਉਹ ਭੂਤ ਨੇ। ਬਾਣੀ ਵਿੱਚ ਬਚਨ ਵਰਤੇ।
ਕਹਿਣ ਲੱਗੇ ਕਬੀਰ ਜਾ ਘਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਹੈ। ਜਿਸ ਘਰ ਵਿੱਚ ਪਰਮੇਸ਼ਵਰ ਦਾ ਨਾਮ ਨਹੀਂ, ਕਿਸੇ ਧਰਮੀ ਦੀ ਸੰਗਤ ਨਹੀਂ, ਜਾ ਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੇ। ਮਹਾਰਾਜ ਕਹਿਣ ਲੱਗੇ ਘਰ ਸ਼ਮਸ਼ਾਨ ਘਾਟ ਨੇ, ਉਹਨਾਂ ਘਰਾਂ ਵਿੱਚ ਮਨੁੱਖ ਨਹੀਂ, ਮਾਨੋ ਭੂਤ ਹੀ ਵਸਦੇ ਪਏ ਨੇ। ਹਜੂਰ ਨੇ ਬਾਣੀ ਵਿੱਚ ਕਿਹਾ, ਮਹਾਰਾਜ ਕਹਿਣ ਲੱਗੇ ਘਰ ਕੀਮਤੀ ਹੋਵੇ ਪਰ ਤੈਨੂੰ ਰੱਬ ਚੇਤੇ ਆਏ। ਬੰਦੇ ਦਾ ਸੁਭਾਅ ਹੈ, ਇਹਨੂੰ ਰੱਬ ਦੀ ਦਾਤ ਚੰਗੀ ਲੱਗਦੀ ਹੈ ਪਰ ਇਹਨੂੰ ਦਤਾਰ ਭੁੱਲਦਾ। ਤੁਸੀਂ ਇਤਿਹਾਸ ਵਿੱਚੋਂ, ਗੁਰਬਾਣੀ ਵਿੱਚੋਂ ਇੱਕ ਬਚਨ ਪੜ੍ਹ ਕੇ ਕਦੇ ਵੇਖੋ। ਤਰਨ ਤਾਰਨ ਦੇ ਲਾਗੇ ਇੱਕ ਪਿੰਡ ਪੈਂਦਾ ਖਾਨਪੁਰ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਮੇਂ ਅੱਤ ਦੀ ਠੰਡ ਦੇ ਦਿਨ ਸੀ। ਮਹਾਰਾਜ ਇੱਕ ਦਿਨ ਨਾਲ ਬਾਬਾ ਬਿਧੀ ਚੰਦ ਨੂੰ ਲਿਆ ਤੇ ਸਵੇਰ ਵੇਲੇ ਤੁਰ ਪਏ, ਪਿੰਡ ਖਾਨਪੁਰ ਪਹੁੰਚੇ। ਇੱਕ ਰੁੱਖ ਦੇ ਥੱਲੇ ਆ ਕੇ ਟਿਕਾਣਾ ਕੀਤਾ। ਸਾਰਾ ਦਿਨ ਲੰਘਦਾ ਪਿਆ, ਖਾਨਪੁਰ ਦਾ ਕੋਈ ਬੰਦਾ ਨਹੀਂ ਆਇਆ ਜਿਹਨੇ ਆ ਕੇ ਮਹਾਰਾਜ ਨੂੰ ਆਓ ਭਗਤ ਸੇਵਾ ਕੀਤੀ ਹੋਵੇ। ਬਾਬਾ ਬਿਧੀ ਚੰਦ ਜੀ ਬੈਠੇ ਸਨ, ਉਹਨਾਂ ਕਿਹਾ ਮਹਾਰਾਜ ਅੱਜ ਕੀ ਭਾਣਾ ਵਰਤਾ ਰਹੇ ਹੋ? ਸਵੇਰ ਤੋਂ ਆਏ ਹਾਂ, ਕਿਹਦੀ ਉਡੀਕ ਵਿੱਚ, ਕਿਹਨੂੰ ਦਰਸ਼ਨ ਦੇਣੇ ਨੇ, ਤੇ ਅੱਜ ਇੱਥੋਂ ਦੇ ਲੋਕ ਇੰਨੇ ਬੇਦਰਦੀ, ਇੰਨੇ ਉਹ ਇੱਥੋਂ ਦੇ ਲੋਕ ਭੁਲੱਕੜ ਨੇ, ਕੋਈ ਇੱਥੇ ਸੇਵਾ ਵਾਲਾ ਧਰਮੀ ਪੁਰਸ਼ ਨਹੀਂ। ਕਹਿਣ ਲੱਗੇ ਇਹਨੇ ਬਚਨ ਕਹੇ ਤੇ ਸਾਹਮਣੇ ਸਿਰ ਤੇ ਲੱਕੜਾਂ ਦੀ ਪੰਡ ਚੁੱਕੀ ਇੱਕ ਸਿੱਖ ਤੁਰਿਆ ਆ ਰਿਹਾ। ਉਹ ਲਾਗੇ ਆਇਆ, ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਕਿਆ, ਉਹਨੇ ਸਿਰ ਤੋਂ ਲੱਕੜਾਂ ਦੀ ਪੰਡ ਉਤਾਰੀ, ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਇਤਿਹਾਸ ਵਿੱਚ ਇਸ ਸਿੱਖ ਦਾ ਨਾਮ ਹੈ ਭਾਈ ਹੇਮਾ। ਭਾਈ ਹੇਮਾ ਮਹਾਰਾਜ ਨੂੰ ਚਰਨਾਂ ਤੇ ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਤੁਸੀਂ ਇੱਥੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਹੇਮਿਆ ਤੂੰ ਨਿਤ ਚੇਤੇ ਕਰਦਾ, ਤੇਰੀ ਯਾਦ ਸਾਨੂੰ ਇੱਥੇ ਲੈ ਆਈ। ਚਲੋ ਜੀ, ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਿਆ। ਤਵਾ ਦੀ ਕਹਿੰਦੀ ਏ, ਇਹਦੀ ਇੱਕ ਛਪਰੀ ਪਾਈ ਸੀ, ਇਕੱਲਾ ਰਹਿੰਦਾ ਸੀ, ਗਰੀਬੜਾ ਜਿਹਾ ਸਿੱਖ ਸੀ, ਤੇ ਮਹਾਰਾਜ ਜੀ ਨੂੰ ਘਰ ਲੈ ਗਿਆ। ਇੱਕੋ ਇਹਦੇ ਕੋਲ ਮੰਜਾ ਬਿਸਤਰਾ, ਹਜ਼ੂਰ ਨੂੰ ਉਸ ਪਲੰਘ ਤੇ ਮੰਜੇ ਤੇ ਬਿਠਾਇਆ, ਜਿਹੋ ਜਿਹਾ ਰੁੱਖਾ ਸੁੱਖਾ ਪ੍ਰਸ਼ਾਦ ਪਾਣੀ ਤਿਆਰ ਕੀਤਾ, ਸੇਵਾ ਕੀਤੀ। ਰਾਤ ਪਈ, ਮਹਾਰਾਜ ਨੇ ਕਿਹਾ ਹੇਮਿਆ ਅੱਜ ਅਸੀਂ ਤੇਰੇ ਘਰ ਟਿਕਾਂਗੇ। ਵੇਖੋ, ਜਿਸ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਛਤਰ ਝੁਲਦਾ, ਉਹ ਪ੍ਰੇਮ ਦੇ ਬੱਧੇ ਉਸ ਸਿੱਖ ਦੇ ਘਰ ਵਿੱਚ, ਉਸ ਛਪਰੀ ਵਿੱਚ ਆਰਾਮ ਕਰਦੇ ਨੇ। ਕਹਿੰਦੇ ਹੇਮਾ ਪੁੰਜੇ ਪਿਆ ਆਪ ਧਰਤੀ ਤੇ, ਹਜੂਰ ਨੂੰ ਉਸ ਮੰਜੇ ਪਲੰਘ ਤੇ ਵਿਸ਼ਰਾਮ ਕਰਵਾਇਆ। ਅੰਮ੍ਰਿਤ ਵੇਲਾ ਹੋਇਆ, ਭਾਈ ਹੇਮਾ ਉੱਠ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਮੁੱਠੀ ਚਾਪੀ, ਸੇਵਾ ਕਰਨੀ ਸ਼ੁਰੂ ਕੀਤੀ, ਤੇ ਨੇਤਰਾਂ ਵਿੱਚੋਂ ਨੀਰ ਵਗਾ ਕੇ ਕਹਿੰਦੇ ਮਹਾਰਾਜ ਇਹ ਜਿਹੜਾ ਪਿੰਡ ਖਾਨਪੁਰ ਹੈ ਨਾ, ਇਹਦੇ ਵਿੱਚ ਸਾਰੇ ਲੋਕ ਸਖੀ ਸਰਬਰੀਆਂ ਨੂੰ ਪੂਜਣ ਵਾਲੇ, ਪੱਥਰਾਂ ਦੀ ਪੂਜਾ ਕਰਨ ਵਾਲੇ ਨੇ। ਕਿਸੇ ਨੂੰ ਰੱਬ ਦੇ ਨਾਮ ਦੀ ਗਿਆਨ ਧਿਆਨ ਦੀ ਸਮਝ ਨਹੀਂ। ਸਤਿਗੁਰੂ ਇੱਥੇ ਨਗਰ ਵਿੱਚ ਇਕੱਲਾ ਤੁਹਾਡਾ ਸਿੱਖ ਮੈਂ ਰਹਿੰਦਾ, ਪਰ ਇਹ ਲੋਕ ਉਂਝ ਮੈਨੂੰ ਬਾਹਰੀ ਤੌਰ ਤੇ ਬੇਇੱਜ਼ਤ ਕਰਦੇ ਨੇ। ਮੈਂ ਗਰੀਬ ਵੀ ਹਾਂ, ਇਕੱਲਾ ਵੀ ਹਾਂ, ਤੇ ਗੁਰੂ ਅਰਜਨ ਸਾਹਿਬ ਨੂੰ ਕਹਿੰਦੇ ਮਹਾਰਾਜ ਇਹ ਮੇਰੀ ਬਹੁਤੀ ਕੋਈ ਇੱਜ਼ਤ ਨਹੀਂ ਕਰਦੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਹੇਮਿਆ ਤੂੰ ਦੁਨੀਆ ਤੂੰ ਕੀ ਲੈਣਾ, ਤੇਰੀ ਯਾਦ ਸਾਡੇ ਹਿਰਦੇ ਵਿੱਚ ਵਸਦੀ ਹੈ, ਤੂੰ ਸਾਡੇ ਹਿਰਦੇ 'ਚ ਵਸਦੇ। ਇਤਿਹਾਸ ਕਹਿੰਦੇ ਮਹਾਰਾਜ ਨੇ ਉੱਥੇ ਦੋ ਬਚਨ ਉਚਾਰੇ, ਉਹ ਜੀ ਬਾਣੀ ਵਿੱਚ ਦਰਜ ਨੇ, ਜਿਹੜੀ ਮੈਂ ਬੇਨਤੀ ਕਹਿਣ ਲੱਗੀ। ਪਹਿਲਾ ਜਿਹੜਾ ਬਚਨ ਵਰਤਿਆ, ਉੱਥੇ ਮਹਾਰਾਜ ਨੇ ਕਿਹਾ, ਕਹਿਣ ਲੱਗੇ ਹੇਮਿਆ ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ,
ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਿਸੂਰੇ, ਹਰ ਕਾ ਨਾਮ ਨਾ ਚੇਤੀ ਬਿਸ਼ਟਾ ਕੇ ਕੀਰੇ। ਪਹਿਲਾ ਬਚਨ ਇਹ ਉਚਾਰਿਆ। ਇਹਦੇ ਅਰਥ ਕੀ ਨੇ ਹੁਣ ਧਿਆਨ ਨਾਲ ਸੁਣਿਓ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਬਚਨ। ਮਹਾਰਾਜ ਕਹਿਣ ਲੱਗੇ ਸੁੰਦਰ ਸੇਜ, ਸੇਜ ਦਾ ਅਰਥ ਹੁੰਦਾ ਸੌਣ ਵਾਲਾ ਪਲੰਗ। ਹੇਮਿਆ ਕਿਸੇ ਕੋਲ ਸੌਣ ਵਾਲਾ ਕੀਮਤੀ ਪਲੰਗ ਹੋਵੇ, ਸੁੰਦਰ ਸੇਜਾ ਹੋਵੇ। ਸੁੰਦਰ ਸੇਜ ਅਨੇਕ ਸੁਖ, ਏਕ ਨਹੀਂ ਹਰ ਤਰ੍ਹਾਂ ਦਾ ਬਹੁਵਚਨੇ ਅਨੇਕ ਸੁਖ, ਹਰ ਤਰ੍ਹਾਂ ਦਾ ਸੁਖ ਕੋਲ ਹੋਵੇ। ਸੁੰਦਰ ਸੇਜ ਅਨੇਕ ਸੁਖ ਰਸ ਭੋਗਨ ਪੂਰੇ, ਦੁਨੀਆ ਦਾ ਹਰ ਰਸ ਹਰ ਪਦਾਰਥ ਉਹਦੇ ਕੋਲ ਭੋਗਣ ਵਾਸਤੇ ਹੋਵੇ ਉਹਦੇ ਕੋਲ। ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਸਪੂਰੇ, ਗ੍ਰਹਿ ਸੋਇਨ ਸੋਨੇ ਦਾ ਘਰ ਬਣਿਆ ਹੋਵੇ, ਚੰਦਨ ਸੁਗੰਧ ਘਰ ਵਿੱਚੋਂ ਚੰਦਨ ਦੀ ਮਹਿਕ ਆਉਂਦੀ ਹੋਵੇ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਉਹਦਾ ਘਰ ਮੋਤੀਆਂ ਤੇ ਹੀਰਿਆਂ ਨਾਲ ਜੜਿਆ ਹੋਵੇ। ਅੱਗੇ ਬਚਨ ਵਰਤਿਆ ਮਨ ਇੱਛੇ ਸੁਖ ਮਾਣਦਾ, ਮਨ ਭਾਉਂਦਾ ਜੋ ਮਨ ਵਿੱਚ ਖਿਆਲ ਆਵੇ ਉਹ ਸੁਖ ਉਹਦੇ ਕੋਲ ਹੋਵੇ। ਮਨ ਇੱਛੇ ਸੁਖ ਮਾਣਦਾ ਕਿਛ ਨਾਹੀਂ ਵਿਸੂਰੇ। ਮਹਾਰਾਜ ਕਹਿਣ ਲੱਗੇ ਜੋ ਮਨ ਵਿੱਚ ਸੁਖ, ਜੋ ਮਨ ਵਿੱਚ ਖਿਆਲ ਆਵੇ ਉਹ ਵਸਤੂ, ਉਹ ਪਦਾਰਥ, ਉਹ ਲੋੜ ਉਹਦੇ ਸਾਹਮਣੇ ਹਾਜ਼ਰ ਹੋ ਜਾਏ। ਮਹਾਰਾਜ ਨੇ ਇੰਨੇ ਬਚਨ ਕਹਿ ਕੇ ਅੱਗੇ ਪਤਾ ਕੀ ਕਿਹਾ? ਗੁਰੂ ਸਾਹਿਬ ਨੇ ਕਿਹਾ ਸੁੰਦਰ ਸੇਜਾ ਹੋਵੇ, ਪਲੰਗ ਹੋਵੇ, ਹਰ ਤਰ੍ਹਾਂ ਦਾ ਸੁੱਖ ਹੋਵੇ, ਘਰ ਸੋਨੇ ਦਾ ਬਣਿਆ ਹੋਵੇ, ਚੰਦਨ ਦੀ ਮਹਿਕ ਆਉਂਦੀ ਹੋਵੇ, ਮਨ ਭਾਉਂਦਾ ਸੁਖ ਮਾਣੇ। ਪਰ ਗੁਰੂ ਜੀ ਕਹਿਣ ਲੱਗੇ ਹੇਮਿਆ ਚੇਤਾ ਰੱਖੀ, ਹਰ ਕਾ ਨਾਮ ਨਾ ਚੇਤਈ, ਬਿਸ਼ਟਾ ਕੇ ਕੀਰੇ। ਪੱਲੇ ਪਰਮੇਸ਼ਵਰ ਦਾ ਨਾਮ ਨਹੀਂ, ਇੰਨਾ ਕੁਝ ਹੁੰਦਿਆਂ ਹੋਇਆਂ ਵੀ ਇੱਕ ਗੰਦਗੀ ਦਾ ਕੀੜਾ ਹੈ। ਰੱਬ ਦੇ ਘਰ ਉਹਦੀ ਥਾਂ ਨਹੀਂ। ਮਹਾਰਾਜ ਨੇ ਫਿਰ ਦੂਸਰਾ ਬਚਨ ਵਰਤਿਆ, ਨਾਲ ਹੀ ਉਹ ਬਚਨ ਇਹ ਵਰਤਿਆ, ਕਹਿਣ ਲੱਗੇ ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਇਹਦੇ ਅਰਥ ਕੀ ਨੇ ਧਿਆਨ ਨਾਲ ਸੁਣਿਓ। ਮਹਾਰਾਜ ਕਹਿੰਦੇ ਬਸਤਾ ਟੁੱਟੀ ਝੌਂਪੜੀ, ਗੁਰੂ ਅਰਜਨ ਸਾਹਿਬ ਕਹਿੰਦੇ ਕਿਸੇ ਕੋਲ ਟੁੱਟੀ ਛਪਰੀ ਹੋਵੇ, ਬਸਤਾ ਟੁੱਟੀ ਝੌਂਪੜੀ। ਅੱਗੇ ਕਿਹਾ ਜੀ ਚੀਰ ਸਭ ਛਿੰਨਾ, ਚੀਰ ਦਾ ਆਖਰੀ ਅਰਥ ਹੁੰਦਾ ਕੱਪੜੇ, ਤਨ ਤੇ ਪਾਟੇ ਕੱਪੜੇ ਪਾਏ ਹੋਣ। ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ, ਕੋਈ ਚੰਗੀ ਜਾਤ ਨਾ ਹੋਵੇ। ਪਤ ਦਾ ਅਰਥ ਕੋਈ ਇੱਜ਼ਤ ਨਾ ਕਰੇ, ਜਾਤ ਨਾ ਪਤ ਨਾ ਆਦਰੋ, ਆਦਰੋ ਦਾ ਅਰਥ ਹੁੰਦਾ ਸਤਿਕਾਰ ਕਰਨਾ, ਆਦਰ ਕਰਨਾ। ਚਾਰ ਜਨਿਆਂ ਵਿੱਚ ਜਾਏ ਕੋਈ ਸਤਿਕਾਰ ਨਾ ਦੇ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੀਨਾ, ਉਦਿਆਨ ਦਾ ਅਰਥ ਹੈ ਜੰਗਲ, ਜੰਗਲ ਵਿੱਚ ਭੜਕਦਾ ਹੋਵੇ। ਮਹਾਰਾਜ ਨੇ ਅੱਗੇ ਕਿਹਾ ਮਿੱਤਰ ਨਾ ਇੱਠ ਤਨ, ਕੋਈ ਮਿੱਤਰ ਦੋਸਤ ਨਾ ਹੋਵੇ। ਇੱਠ ਧਨ, ਉਹਦੇ ਕੋਲ ਧਨ ਵੀ ਨਾ ਹੋਵੇ, ਚਾਰ ਟਕੇ ਵੀ ਨਾ ਹੋਣ। ਮਿੱਤਰ ਨਾ ਇੱਠ ਤਨ ਰੂਪਹੀਨ, ਉਹਦਾ ਰੰਗ ਰੂਪ ਵੀ ਸੋਹਣਾ ਨਾ ਹੋਵੇ। ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਕੋਈ ਸਾਕ ਸੰਬੰਧੀ ਨਾ ਹੋਵੇ। ਮਹਾਰਾਜ ਕਹਿਣ ਲੱਗੇ ਕੁਝ ਵੀ ਕੋਲ ਨਾ ਹੋਵੇ। ਫਿਰ ਬੇਨਤੀ ਨੂੰ ਸੁਣ ਲਿਓ, ਮੈਂ ਸ਼ਬਦਾਂ ਨੂੰ ਦੁਹਰਾ ਤਾਂ ਦਿੰਨੇ ਵੀ ਸਾਨੂੰ ਬਾਣੀ ਦਾ ਸ਼ਬਦ ਫਿਰ ਚੰਗੀ ਤਰ੍ਹਾਂ ਪਤਾ ਲੱਗਦਾ। ਟੁੱਟੀ ਛਪਰੀ ਹੋਵੇ, ਤਨ ਤੇ ਪਾਟੇ ਕੱਪੜੇ ਪਾਏ ਹੋਣ। ਮਹਾਰਾਜ ਨੇ ਕਿਹਾ ਬਸਤਾ ਟੁੱਟੀ ਝੌਂਪੜੀ, ਚੀਰ ਸਭ ਛਿੰਨਾ। ਫਿਰ ਕਹਿਣ ਲੱਗੇ ਕੋਈ ਆਦਰ ਸਤਿਕਾਰ ਨਾ ਕਰੇ, ਇੱਜ਼ਤ ਨਾ ਕਰੇ, ਕੋਈ ਜੰਗਲ ਵਿੱਚ ਭੜਕਦਾ ਹੋਵੇ, ਕੋਈ ਮਿੱਤਰ ਨਾ ਹੋਵੇ, ਜੇਬ ਵਿੱਚ ਦੋ ਟਕੇ ਨਾ ਹੋਣ, ਇੱਥੋਂ ਤੱਕ ਕਿ ਰੰਗ ਰੂਪ ਵੀ ਸੋਹਣਾ ਨਾ ਹੋਵੇ, ਕੋਈ ਸਾਖ ਸੰਬੰਧੀ ਨਾ ਹੋਵੇ। ਮਹਾਰਾਜ ਕਹਿਣ ਲੱਗੇ ਕੁਝ ਵੀ ਕੋਲ ਨਾ ਹੋਵੇ, ਪਰ ਹੇਮਿਆ ਚੇਤਾ ਰੱਖੀ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਉਹਦੇ ਮਨ ਵਿੱਚ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਹੈ
सच जानी वो गुरु की नज़र विच महाराज कहन लगे सृष्टि का बादशाह है। महाराज ने इनू बाणी विच कहा। मैं बेनती तां कह रहे हैं, गुरमुखो हजूर ने कहा जे नाम पल्ले नहीं तो कुछ भी नहीं। इत्थे महाराज ने अज श्री राग के आरंभले शब्द विच कहा, मोती ता मंदिर उसरे रतनी ता होए जड़ाओ। मोतियां दा घर बनया होवे, रत्नां नाल जड़िया होवे, कस्तूर कुंगू अगर चंदन लीप आवे चाओ। कस्तूरी दी महक ਉਹਦੇ ਵਿੱਚੋਂ केसर ਦੀ सुगंध आवे। अगर ऊद दी लकड़ है जिहड़ी, अगर दी लकड़ दी सुगंध आवे, चंदन ਉਹਦੇ ਵਿੱਚੋਂ चंदन दी महक लीप आवे चाओ। मान लो इस महक नाल तेरा घर लिपिया हो। पर महाराज ने एक गल की कहन लगे, मत देख भूला बिसरै। मत का अर्थ है मता। वेखी इहो जिहा कीमती घर वेख के तेनू परमेश्वर का नाम ना भुल जाए। मत देख भूला बिसरै, तेरा चित ना आवे नाम मालका किते नाम भुल गया। जे तेरा नाम इहो जिहा घर देख के भुलदा फिर मैनू इहो जिहा घर परवाह नहीं। महाराज इत्थे समझा रहे ने। अगे महाराज जी ने कहा जी, कहन लगे हर बिन जियो जल बल जाऊं। हरि दे नाम तो बिना हे परमात्मा मेरा अंदर जलदा है, बलदा है। हर बिन जियो जल बल जाऊं। मैं अपना गुर पूछ देखिया। गुरु नानक साहब कहते मैं अपने गुरु परमात्मा नूं पुछया, अवर ना ही थाऊं। परमेश्वर दे नाम तो बिना बंदे दे अंदर कदी टिका, कदी इनू आनंद नहीं आता। वेखो जिहड़ी जलन की गल है, महाराज ने कहा सी ना बचन, तुसी इतिहास विचों साखी सुनदे हो, मैं दोहरा दियां। धन गुरु नानक साहब महाराज जगत जलंधे नूं तारदियां होइयां पिंड दीपालपुर गए। नगर तो बाहर टिकाणा कीता। टिकी रात ते दर्द भरी आवाज़ सुनाई दी। महाराज दे जदों कन्नां विच आवाज़ पई, बाबे मरदाने नूं क्या मरदानिया तक ये वक्त ते आराम करन दे विश्राम दा है। लोग घरां विच सुते ने, पर आ दर्द दी कुरलाहट दी चीखां दी आवाज़ कित्थों आउंदी है। बाबे मरदाने ने थोड़ा फेरा पा के वेख्या कि एक कुल्ली अंदरों कोड़ दे रोग नाल एक मनुख कुरला रहा है, तड़फदा पिया दर्द नाल। महाराज नूं आके दस्या, महाराज एक कोड़ दा रोगी कुरला रहा है, वो दर्द नाल चीखा मार रहा है। हजूर दा हिरदा पिघलिया। महाराज उहदे कोल गए। इतिहास कहंदे उहदा नाम सी जी नुरंगा कोड़ी, कईयां नूरा भी शब्द वरतिया। महाराज कोल गए। गुरु नानक साहब ने एक गल पूछी सी, कहन लगे नुरंगिया जदों तेरा तन तंदुरुस्त सी, हुण ते रोगी है, दस कदी परमेश्वर दा शुक्र कीता, कदी उस मालक दे चरनां विच जुड़िया, महाराज दे चरनां ते टै पिया। कहन लग्या महाराज नहीं, मैं कदी रब दा नाम नहीं लिया। मैं बेपरवाही विच अपनी तन दी जुबानी अंदर तन दी तंदुरुस्ती दे मान विच दिन रात तुरदा सा। उत्थे जी महाराज ने चलो उन्हें बेनती की मेरा भला करो। हजूर ने उत्थे एक बचन उचारिया सी, मैं बेनती तां कहन लगे हर बिन जियो जल बल जाऊं। उत्थे महाराज ने कहा सी, कहन लगे जियो तपत है बारो बार, तप तप खपै बहुत बेकार। जय तन बाणी विसर जाए, जो पक्का रोगी बिल लाए। महाराज ने क्या उन्हां लोकां दी जिंद तपदी है, जियो तपत है बारो बार, तप तप खपै बहुत बेकार। उन्हां दी जिंद तपदी है, तप तप के खजल खुआर हुंदे ने। महाराज कहंदे जय तन बाणी विसर जाए, जिन्हों परमेश्वर का नाम बाणी भुल जाए, जो पक्का रोगी बिल लाए।
ਪੱਕਾ ਰੋਗੀਦਾਰ ਤੇ ਜਿਵੇਂ ਕੋੜ ਦਾ ਰੋਗੀ ਕਰ ਲਾਉਂਦਾ ਹੈ, ਰੱਬ ਦੇ ਨਾਮ ਤੋਂ ਬਿਨਾ ਮਹਾਰਾਜ ਕਹਿਣ ਲੱਗੇ ਬੰਦਾ ਇਸ ਤਰ੍ਹਾਂ ਕਰ ਲਾਉਂਦਾ ਹੈ। ਉੱਥੇ ਮਹਾਰਾਜ ਨੇ ਇਹ ਬਚਨ ਉਚਾਰਿਆ। ਵੈਸੇ ਲੰਮਾ ਬਚਨ ਹੈ। ਮਹਾਰਾਜ ਨੇ ਕਿਹਾ ਸੀ, ਜਿਨ ਕੰਨ ਕੀਤੀ ਅੱਖੀ ਨਾਕ, ਜਿਨ ਜਿਹਬਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਬਾਜਾ ਪਵਨ ਆਖਿਆ ਸਭ ਜਾਏ। ਮਹਾਰਾਜ ਨੇ ਕਿਹਾ ਸੀ, ਉਹ ਤੈਨੂੰ ਰੱਬ ਨੇ ਕੰਨ ਦਿੱਤੇ, ਮੁੱਖ ਦਿੱਤਾ, ਅੱਖਾਂ ਦਿੱਤੀਆਂ, ਰਸਨਾ ਦਿੱਤੀਆਂ, ਤੂੰ ਇਹਨਾਂ ਇੰਦਰੀਆਂ ਨੂੰ ਲੈ ਕੇ ਰੱਬ ਦਾ ਕਦੀ ਸ਼ੁਕਰ ਨਹੀਂ ਕਰਦਾ। ਹਜੂਰ ਨੇ ਉਹਦਾ ਭਲਾ ਕੀਤਾ। ਇੱਥੇ ਮਹਾਰਾਜ ਨੇ ਕਿਹਾ, ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਉ, ਪਰਮੇਸ਼ਵਰ ਦੇ ਨਾਮ ਤੋਂ ਬਿਨਾ ਅੰਦਰ ਬੰਦੇ ਦਾ ਜਲਦਾ ਹੈ, ਬਲਦਾ ਹੈ। ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ, ਪਰਮੇਸ਼ਵਰ ਦੇ ਨਾਮ ਤੋਂ ਬਿਨਾ ਬੰਦੇ ਦਾ ਹੋਰ ਕੋਈ ਟਿਕਾਣਾ ਨਹੀਂ। ਅੱਗੇ ਰਹਾਓ। ਹੁਣ ਜੀ 3 ਪ੍ਰਮਾਣ ਅੱਗੇ ਦਿੱਤੇ ਨੇ, ਇਹਨੂੰ ਸੁਣਦੇ ਜਾਇਓ, ਕਿਉਂਕਿ ਇਹ ਲੜੀਵਾਰ ਕਥਾ ਹੈ। ਇਹਨਾਂ ਸ਼ਬਦਾਂ ਦੇ ਅਰਥਾਂ ਨੂੰ ਕਦੀ ਆਪੇ ਸੁਣਿਆ ਵੀ ਨਹੀਂ, ਖਿਮਾ ਕਰਿਓ, ਕਿਉਂਕਿ ਸਾਡੀ ਦੀ ਸੁਰਤ ਬਹੁਤ ਘੱਟ ਹੈ। ਅੱਗੇ ਜਿਹੜਾ ਬਚਨ ਵਰਤਿਆ ਮਹਾਰਾਜ ਨੇ, ਪਹਿਲਾਂ ਤੇ ਮਹਾਰਾਜ ਨੇ ਘਰ ਦੀ ਗੱਲ ਕੀਤੀ। ਹੁਣ ਅਗਲਾ ਜਿਹੜੀ ਤੁਕ ਵਰਤੀ, ਕਹਿਣ ਲੱਗੇ ਧਰਤੀ ਤਾਂ ਹੀਰੇ ਲਾਲ ਜੜਤੀ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ। ਹਜੂਰ ਕਹਿੰਦੇ ਜੇ ਕੀਤੇ ਮੇਰੇ ਲਈ ਧਰਤੀ ਹੀਰਿਆਂ ਦੀ ਜੜੀ ਜਾਏ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਉ, ਤੇ ਜਿਸ ਪਲੰਗ ਤੇ ਸੋਣਾ ਹੈ ਉਹ ਕੀਮਤੀ ਲਾਲਾਂ ਨਾਲ ਜੜਿਆ ਹੋਵੇ। ਕੀਮਤੀ ਲਾਲ ਗਹਿਣਾ ਹੈ। ਅੱਗੇ ਬਚਨ ਵਰਤੇ, ਮੋਹਣੀ ਮੁਖ ਮਣੀ ਸੋ ਹੈ, ਕਰੇ ਰੰਗ ਪਸਾਓ। ਮੋਹਣੀ ਦਾ ਅਰਥ ਜੀ ਮਨ ਨੂੰ ਮੋਹਣ ਵਾਲੀ। ਮੁਖ ਮਣੀ ਸੋ ਹੈ, ਕਹਿਣ ਲੱਗੇ ਮੇਰੇ ਪਰਿਵਾਰ, ਉਹ ਇਸਤਰੀ ਸੁੰਦਰਤਾ ਰੂਪ ਵਾਲੀ ਇਸਤਰੀ ਹੋਵੇ, ਪਰਿਵਾਰ ਹੋਵੇ, ਕਰੇ ਰੰਗ ਪਸਾਓ, ਉਹ ਪਰਿਵਾਰ ਮੇਰਾ ਕੋਲ ਹੋਵੇ। ਪਰ ਮਹਾਰਾਜ ਨੇ ਅੱਗੇ ਫਿਰ ਉਹੀ ਤੁਕ ਵਰਤੀ। ਮਹਾਰਾਜ ਕਹਿਣ ਲੱਗੇ ਧਰਤੀ ਹੀਰਿਆਂ ਨਾਲ ਮੇਰੇ ਲਈ ਜੜੀ ਹੋਵੇ, ਪਲੰਗ ਕੀਮਤੀ ਲਾਲਾਂ ਨਾਲ ਜੜਿਆ ਹੋਵੇ, ਇੱਥੋਂ ਤੱਕ ਪਰਿਵਾਰ ਮੇਰਾ ਸੁੰਦਰ ਹੋਵੇ। ਮਹਾਰਾਜ ਕਹਿਣ ਲੱਗੇ ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਵੇਖੀ ਪਰਮਾਤਮਾ ਮਤਾ ਮੈਨੂੰ ਇਹ ਪਲੰਗ ਹੀਰਿਆਂ ਨਾਲ ਜੜਿਆ, ਮੋਤੀਆਂ ਨਾਲ ਜੜਿਆ, ਧਰਤੀ ਹੀਰਿਆਂ ਨਾਲ ਜੜੀ, ਇਹਨੂੰ ਵੇਖ ਕੇ ਤੇ ਆਪਣੇ ਪਰਿਵਾਰ ਨੂੰ ਵੇਖ ਕੇ ਕਿਤੇ ਤੇਰਾ ਨਾਮ ਨਾ ਭੁੱਲ ਜਾਏ। ਮੈਂ ਨਾਮ ਨਹੀਂ ਤੇਰਾ ਭੁੱਲਣਾ ਚਾਹੁੰਦਾ। ਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਬਚਨ ਵਰਤਿਆ ਆਨੰਦ ਸਾਹਿਬ ਦੀ ਬਾਣੀ ਵਿੱਚ ਤੇ ਆਪਾਂ ਨਿਤ ਪੜ੍ਹਦੇ ਹਾਂ। ਮਹਾਰਾਜ ਨੇ ਕਿਹਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਸੱਚੇ ਪਰਮਾਤਮਾ ਨੂੰ ਸੰਭਾਲ। ਅੱਗੇ ਕਹਿਣ ਲੱਗੇ ਦੇਖੀ ਕਿਤੇ ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਆ ਜਿਹੜਾ ਕੁਟੰਬ ਤੂੰ ਤੱਕਦਾ ਪਿਆ, ਕੁਟੰਬ ਦਾ ਅਰਥ ਹੁੰਦੇ ਪਰਿਵਾਰ, ਚੁਗਿਰਦਾ। ਮਾਰੇ ਕਹਿਣ ਲੱਗੇ ਨੇ ਤੇਰੇ ਨਾਲ ਨਹੀਂ ਤੁਰਨਾ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਏ। ਮਾਰੇ ਕਹਿਣ ਲੱਗੇ ਜੇ ਇਹਨੇ ਤੇਰੇ ਨਾਲ ਨਹੀਂ ਨਿਭਣਾ, ਤੂੰ ਇਹਦੇ ਨਾਲ ਆਪਣਾ ਚਿੱਤ ਕਿਉਂ ਲਾਇਆ। ਵੇਖੋ ਗੁਰਮਤਿ ਦਾ ਜਿਹੜਾ ਦਾਇਰਾ ਹੈ, ਮਹਾਰਾਜ ਜੀ ਦੀ ਜਿਹੜੀ ਸਿੱਖਿਆ ਹੈ, ਮਹਾਰਾਜ ਨੇ ਕਿਹਾ ਤੂੰ ਪਰਿਵਾਰ ਛੱਡਣਾ ਨਹੀਂ। ਜਿਵੇਂ ਕੁਝ ਧਰਮ ਰਹੇ, ਉਹਨਾਂ ਕਿਹਾ ਜੀ ਪਰਿਵਾਰ ਬੱਚੇ ਜਵਾਨ ਹੋ ਜਾਣ, ਕਈਆਂ ਕਿਹਾ ਵਿਆਹ ਨਾ ਕਰਾਓ, ਕਈ ਕਹਿੰਦੇ ਵਿਆਹ ਤੋਂ ਬਾਅਦ ਬੱਚੇ ਜਵਾਨ ਹੋ ਜਾਣ, ਘਰ-ਬਾਰ ਛੱਡ ਕੇ ਜੰਗਲਾਂ ਨੂੰ ਤੁਰ ਜਾਓ ਭਗਤੀ ਲਈ, ਤੀਰਥ ਯਾਤਰਾ ਤੇ ਤੁਰ ਜਾਓ। ਸਿੱਖ ਧਰਮ ਵਿੱਚ ਮਹਾਰਾਜ ਨੇ ਕਿਹਾ ਨਹੀਂ, ਪਰਿਵਾਰ ਨਹੀਂ ਛੱਡਣਾ, ਇਹ ਤੇਰਾ ਧਰਮ ਹੈ ਪਰਿਵਾਰ ਪਾਲਣਾ। ਪਰ ਮਹਾਰਾਜ ਨੇ ਇੱਕ ਗੱਲ ਕੀ ਕਹਿਣ ਲੱਗੇ, ਇਹ ਗੱਲ ਤੇਰੇ ਧਿਆਨ ਵਿੱਚ ਰਹੇ ਕਿ ਪਰਿਵਾਰ ਨੇ ਤੇਰੇ ਨਾਲ ਨਹੀਂ ਨਿਭਣਾ, ਤੂੰ ਇਹਦੇ ਨਾਲ ਚਿੱਤ ਨਾ ਲਾ ਲਵੀਂ। ਚਿੱਤ ਲਾਉਣ ਤੋਂ ਭਾਵ ਇਹ ਹੈ, ਇਹ ਨਹੀਂ ਵੀ ਆਪਣੇ ਧੀਆਂ ਪੁੱਤਰਾਂ ਦੀ ਖਾਤਰ ਕਿਸੇ ਦੇ ਗਲ ਵਿੱਚ ਅੰਗੂਠਾ ਵੀ ਦੇ ਦੇ, ਸਿੱਧੇ ਸ਼ਬਦ ਇਹ ਨੇ ਜੀ। ਮਹਾਰਾਜ ਨੇ ਕਿਹਾ ਇਹ ਕੁਟੰਬ ਤੂੰ ਜੇ ਦੇਖਦਾ,
ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ। ਪਰਿਵਾਰ ਨੂੰ ਪਾਲ ਸੰਭਾਲ, ਚਿੱਤ ਨਾ ਲਾਵੀਂ। ਮਹਾਰਾਜ ਕਹਿਣ ਲੱਗੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਉਹ ਕੰਮ ਕਦੀ ਨਾ ਕਰੀ ਕਿ ਪਰਿਵਾਰ ਨਾਲ ਚਿੱਤ ਲਾ ਕੇ ਕਿ ਉਹ ਜੇ ਕਰਮ ਕਰ ਲੈ ਬਾਅਦ ਵਿੱਚ ਤੈਨੂੰ ਪਛਤਾਉਣਾ ਪੈ ਜਾਏ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਫਿਰ ਅਖੀਰ ਤੇ ਕਿਹਾ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਗੁਰੂ ਦਾ ਉਪਦੇਸ਼ ਸੁਣਿਆ ਕਰ, ਤੇਰੇ ਨਾਲ ਨਿਭੇਗਾ। ਮਹਾਰਾਜ ਨੇ ਕਿਹਾ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਉਹ ਮਨਾ ਤੂੰ ਆਪਣੇ ਹਿਰਦੇ ਅੰਦਰ ਸੱਚੇ ਪਰਮਾਤਮਾ ਨੂੰ ਸੰਭਾਲਿਆ ਕਰ। ਇੱਥੇ ਮਹਾਰਾਜ ਨੇ ਇਹ ਬਚਨ ਵਰਤੇ, ਕਹਿਣ ਲੱਗੇ ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋ ਹੈ ਕਰੇ ਰੰਗ ਪਸਾਓ। ਜੇ ਧਰਤੀ ਤੇਰੇ ਲਈ ਹੀਰਿਆਂ ਦੀ ਜੜੀ ਜਾਏ, ਮਹਾਰਾਜ ਨੇ ਕਿਹਾ ਇੱਥੋਂ ਤੱਕ ਜਿਸ ਪਲੰਗ ਤੇ ਆਰਾਮ ਵਿਸ਼ਰਾਮ ਕਰਨੇ ਉਹ ਕੀਮਤੀ ਲਾਲਾਂ ਨਾਲ ਜੜਿਆ ਹੋਵੇ। ਪਰਿਵਾਰ ਤੇਰਾ ਇਸਤਰੀ ਪਰਿਵਾਰ ਤੇਰੇ ਕੋਲ ਹੋਵੇ, ਸੁੰਦਰਤਾ ਹੋਵੇ। ਹਜੂਰ ਨੇ ਕਿਹਾ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਮਤਾ ਤੂੰ ਇਹਨੂੰ ਵੇਖ ਕੇ ਕਿਤੇ ਪਰਮੇਸ਼ਵਰ ਦੇ ਨਾਮ ਨੂੰ ਭੁੱਲ ਜਾਏ। ਮਹਾਰਾਜ ਜੀ ਨੇ ਫਿਰ ਅਗਲਾ ਬਚਨ ਵਰਤਿਆ, ਇਹ ਇੱਕੋ ਹੀ ਸ਼ਬਦ ਹੈ। ਮਹਾਰਾਜ ਤੀਸਰਾ ਪਦਾ ਕਹਿ ਰਹੇ ਨੇ, ਕਹਿਣ ਲੱਗੇ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਓ। ਥੋੜਾ ਧਿਆਨ ਨਾਲ ਇਹਦੇ ਅਰਥਾਂ ਨੂੰ ਸੁਣਿਓ। ਮਹਾਰਾਜ ਕਹਿਣ ਲੱਗੇ ਜੇ ਕਿਤੇ ਸਿੱਧ ਬਣ ਜਾਵਾਂ, ਸਿੱਧ ਹੋਵਾਂ। ਸਿੱਧ ਦੇ ਆਖਰੀ ਅਰਥ ਹੁੰਦੇ ਨੇ ਪੁੱਗਿਆ ਹੋਇਆ ਜੋਗੀ, ਜਿਹਦੀ ਰੱਬ ਤੱਕ ਪਹੁੰਚ ਹੋ ਸਕੇ। ਵੈਸੇ ਫਿਰ ਬੇਨਤੀ ਕਰਾਂ, ਜੋਗੀ ਤੇ ਜੋਗ ਦੋ ਸ਼ਬਦ ਨੇ। ਜੋਗ ਦਾ ਆਖਰੀ ਅਰਥ ਹੁੰਦਾ ਮਿਲਾਪ, ਜੋਗੀ ਦਾ ਅਰਥ ਹੁੰਦਾ ਮਿਲਿਆ ਹੋਇਆ, ਜਿਹੜਾ ਪਰਮਾਤਮਾ ਨਾਲ ਮਿਲ ਗਿਆ। ਇਹ ਜਿੰਨੇ ਧਾਰਮਿਕ ਦੁਨੀਆ ਵਿੱਚ ਸ਼ਬਦ ਨੇ ਨਾ ਜੀ, ਭਾਵੇਂ ਗਿਆਨੀ ਹੈ, ਜੋਗੀ ਹੈ, ਬ੍ਰਾਹਮਣ ਹੈ, ਕਾਜੀ ਹੈ, ਰਿਸ਼ੀ ਹੈ, ਇਹ ਬੜੇ ਸਤਿਕਾਰਯੋਗ ਸ਼ਬਦ ਨੇ। ਉਂਝ ਜੇ ਇਹਨਾਂ ਦੇ ਪਿੱਛੇ ਇਹਨਾਂ ਦੀ ਕਰਨੀ ਹੋਵੇ। ਹੁਣ ਬ੍ਰਾਹਮਣ ਸ਼ਬਦ ਆਪਾਂ ਆਖਦੇ ਹਾਂ, ਕਈ ਵਾਰੀ ਅਸੀਂ ਇਹ ਸ਼ਬਦਾਂ ਨੂੰ ਕਹਿੰਦੇ ਆ ਜੀ ਇਹ ਛੱਡੋ ਖੜਾ, ਇਹ ਤੇ ਬ੍ਰਾਹਮਣ ਹੈ। ਮਹਾਰਾਜ ਦੀ ਬਾਣੀ ਤੋਂ ਪੁੱਛ ਕੇ ਵੇਖੋ ਬ੍ਰਾਹਮਣ ਕੌਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਬਾਣਾ ਨਹੀਂ ਹੋਵੇ ਕੱਲਾ, ਮੱਥੇ ਤੇ ਤਿਲਕ ਲਾਇਆ ਤੇ ਧੋਤੀ ਪਾਈ ਨਹੀਂ। ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਨੂੰ ਵਿਚਾਰ ਲੈਂਦਾ ਉਹਨੂੰ ਬ੍ਰਾਹਮਣ ਕਿਹਾ ਜਾਂਦਾ। ਹੁਣ ਪੰਡਤ ਸ਼ਬਦ ਹੈ, ਮਹਾਰਾਜ ਨੇ ਤਾਂ ਬੜਾ ਸਤਿਕਾਰ ਕੀਤਾ। ਮਹਾਰਾਜ ਨੇ ਕਿਹਾ ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਉਹ ਬੰਦਾ ਪੰਡਤ ਹੈ ਜਿਹਨੇ ਆਪਣੇ ਮਨ ਨੂੰ ਸਮਝਾਇਆ ਹੈ, ਪ੍ਰਬੋਧਿਆ ਹੈ, ਜਿਹਨੇ ਆਪਣੇ ਮਨ ਨੂੰ ਪਰਮੇਸ਼ਵਰ ਦੇ ਰਾਮ ਨਾਮ ਆਤਮ ਮੈਂ ਸੁਧ ਹੈ, ਆਪਣੇ ਮਨ ਨੂੰ ਪਰਮੇਸ਼ਵਰ ਦੇ ਨਾਮ ਨਾਲ ਸੋਧ ਲਿਆ। ਮਹਾਰਾਜ ਨੇ ਕਿਹਾ ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਰਾਮ ਨਾਮ ਸਾਰ ਰਸ ਪੀਵੇ, ਜਿਹੜਾ ਪਰਮੇਸ਼ਵਰ ਦੇ ਨਾਮ ਦਾ ਰਸ ਪੀਂਦਾ। ਅੱਗੇ ਪਤਾ ਮਹਾਰਾਜ ਨੇ ਕੀ ਕਿਹਾ, ਕਹਿਣ ਲੱਗੇ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਇਹੋ ਜਿਹਾ ਪੰਡਿਤ ਹੋਵੇ ਕੋਈ ਜਿਹਨੇ ਮਨ ਨੂੰ ਸੋਧਿਆ ਹੋਵੇ, ਜਿਹਨੇ ਆਪਣੇ ਮਨ ਨੂੰ ਮਨ ਅੰਦਰ ਪਰਮੇਸ਼ਵਰ ਦੇ ਨਾਮ ਦਾ ਰਸ ਮਾਣਿਆ ਹੋਵੇ। ਗੁਰੂ ਜੀ ਕਹਿੰਦੇ ਇਹੋ ਜਿਹੇ ਪੰਡਤ ਦੇ ਉਪਦੇਸ਼ ਨਾਲ ਤੇ ਸੰਸਾਰ ਦਾ ਭਲਾ ਹੁੰਦਾ ਹੈ। ਗੁਰੂ ਅਰਜਨ ਸਾਹਿਬ ਨੇ ਕਹੀ ਇਹ ਗੱਲ, ਪਰ ਇਹ ਜਦ ਪੰਡਤ ਲੱਭੋਗੇ ਕਿੱਥੋਂ? ਗੱਲ ਤੇ ਇੱਥੇ ਹੈ। ਮਹਾਰਾਜ ਨੇ ਬ੍ਰਾਹਮਣ ਸ਼ਬਦ ਮਾੜਾ ਨਹੀਂ ਕਿਹਾ। ਹੁਣ ਗਿਆਨੀ ਸ਼ਬਦ ਹੈ, ਅਸੀਂ ਸ਼ਬਦ ਵਰਤਨੇ ਗਿਆਨੀ। ਮਹਾਰਾਜ ਤੋਂ ਪੁੱਛੋ ਗਿਆਨੀ ਕੌਣ ਹੈ ਅਸਲ 'ਚ? ਇਹ ਨਹੀਂ ਵੀ ਦਾੜਾ ਪ੍ਰਕਾਸ਼ ਕੀਤਾ, ਪੱਗ ਬੰਨੀ, ਗਾਤਰਾ ਪਾਇਆ ਵੀ ਉਹੀ ਗਿਆਨੀ ਹੈ।
ਅਸਲ ਵਿੱਚ ਹਜ਼ੂਰ ਨੇ ਕਿਹਾ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਜਿਹਨੂੰ ਮਹਾਰਾਜ ਕਹਿੰਦੇ ਆਪੇ ਦੀ ਪਛਾਣ ਆ ਗਈ, ਬੂਝੈ ਸੋਏ, ਜਿਹਨੇ ਪਰਮੇਸ਼ਵਰ ਨੂੰ ਬੁੱਝ ਲਿਆ ਉਹ ਗਿਆਨੀ ਹੈ, ਜਿਹਨੇ ਅੰਦਰੋਂ ਬਾਹਰੋਂ ਉਸ ਮਾਲਕ ਨੂੰ ਜਾਣਿਆ। ਵੈਸੇ ਮੈਂ ਇੱਥੇ ਇੱਕ ਬੇਨਤੀ ਹੋਰ ਆਪ ਜੀ ਨੂੰ ਕਹਿ ਦਿਆਂ, ਜਿਹੜਾ ਅੱਜ ਦਾ ਸਮੇਂ, ਮੈਂ ਕੇਵਲ ਬੇਨਤੀ ਕਹਿ ਰਿਹਾ, ਆਪਣਾ ਕਰਮ ਹੈ ਗੁਰੂ ਨਾਨਕ ਦੇ ਘਰ ਦਾ ਹੋਕਾ ਦੇਣਾ। ਹੁਣ ਕਈ ਵਾਰੀ ਚਲੋ ਜਿਹਨੇ ਕੇਸ ਨਹੀਂ ਰੱਖੇ ਜਾਂ ਅੰਮ੍ਰਿਤ ਦੀ ਦਾਤ ਨਹੀਂ ਲਈ, ਉਹ ਕਈ ਵਾਰੀ ਆਮ ਹੀ ਚੱਲਦਾ ਪਿਆ ਹਰ ਬੰਦਾ। ਜੇ ਅਸੀਂ ਤੁਹਾਡੇ ਗਾਤਰੇ ਪਾਉਣ ਵਾਲਿਆਂ ਨਾਲੋਂ, ਤੁਹਾਡੇ ਜਿਨ੍ਹਾਂ ਦੇ ਪੱਗਾਂ ਬੰਨੀਆਂ ਨੇ, ਅਸੀਂ ਤੁਹਾਡੇ ਨਾਲੋਂ ਕਈ ਗੁਣਾ ਚੰਗੇ ਹਾਂ। ਫਲਾਣਾ ਬੰਦਾ ਉਹਦੇ ਦਸਤਾਰ ਬੰਨੀ ਸੀ, ਅੰਮ੍ਰਿਤਧਾਰੀ ਸੀ, ਉਹਨੇ ਆਹ ਕਰਮ ਮਾੜਾ ਕੀਤਾ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਚਲੋ ਜੇ ਅੰਮ੍ਰਿਤ ਦੀ ਦਾਤ ਲੈ ਕੇ ਵੀ ਕਿਸੇ ਨੇ ਮਾੜਾ ਕਰਮ ਕੀਤਾ, ਮੈਂ ਨਹੀਂ ਕਹਿੰਦਾ ਉਹ ਚੰਗਾ ਕੀਤਾ, ਬਹੁਤ ਮਾੜਾ ਕੀਤਾ, ਕਰਨਾ ਨਹੀਂ ਚਾਹੀਦਾ, ਪਰ ਚਲੋ ਜੇ ਕੀਤਾ ਹੈ, ਉਹ ਆਪਣੇ ਕੀਤੇ ਹੋਏ ਕਰਮ ਦਾ ਦੇਣਦਾਰ ਹੈ ਗੁਰੂ ਨੂੰ। ਪਰ ਇੱਕ ਅੰਮ੍ਰਿਤਧਾਰੀ ਨੇ ਮਾੜਾ ਕਰਮ ਕੀਤਾ, ਇਹਦੇ ਨਾਲ ਤੈਨੂੰ ਹੱਕ ਨਹੀਂ ਮਿਲ ਗਿਆ ਵੀ ਤੂੰ ਅੰਮ੍ਰਿਤ ਦੀ ਦਾਤ ਨਾ ਲਵੇਂ, ਤੂੰ ਦਸਤਾਰ ਨਾ ਬੰਨੇ, ਤੂੰ ਕੇਸ ਨਾ ਰੱਖੇ। ਇਹਦੇ ਨਾਲ ਤੈਨੂੰ ਤੇ ਕੋਈ ਅਥਾਰਟੀ ਨਹੀਂ ਮਿਲ ਗਈ ਵੀ ਤੈਨੂੰ ਹੁਣ ਫਲਾਣੇ ਨੇ ਅੱਜ ਜਿਹੜਾ ਉੱਠਦਾ ਹੈ, ਜਿਹੜਾ ਵੀ ਉੱਠਦਾ ਹੈ, ਉਹ ਜਿਹਦੇ ਧਰਮ ਦੇ ਚਿੰਨ੍ਹ ਪਾਏ ਨੇ, ਉਹ ਕਹਿੰਦਾ ਜੀ ਜਿਨ੍ਹਾਂ ਨੇ ਆ ਧਰਮ ਦੇ ਚਿੰਨ੍ਹ ਪਾਏ, ਹਰ ਧਰਮ ਨੂੰ ਕਹਿ ਰਿਹਾ ਇਹਨਾਂ ਨਾਲੋਂ ਤੇ ਜੀ ਇਹਨਾਂ ਅੰਦਰ। ਪਹਿਲੀ ਗੱਲ ਤੇ ਆ ਤੁਸੀਂ ਗਾਉਣ ਵਾਲਿਆਂ ਨੂੰ ਵੇਖ ਲਓ, ਉਹ ਲੋਕਾਂ ਦੀ ਬੁੱਧ, ਮੈਨੂੰ ਖਿਮਾ ਕਰੋ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ, ਉਹ ਅਸੀਂ ਗੁਰੂ ਦੀ ਬਾਣੀ ਦੀ ਸਿੱਖਿਆ ਤੋਂ ਬਿਨਾਂ ਸਾਡੀ ਬੁੱਧ ਬਹੁਤ ਛੋਟੀ ਹੈ, ਬਹੁਤ ਥੋੜੀ ਹੈ। ਗਾਉਣ ਵਾਲੇ ਨੇ ਗਾ ਦਿੱਤਾ, ਇਹਨਾਂ ਦਾ ਕਰਮ ਕੀ ਹੈ, ਵੇਖਦੇ ਨੇ ਵਕਤ ਜੀ, ਇਹ ਵੇਖਦੇ ਨੇ ਵਕਤ। ਲੋੜ ਪਈ ਤੇ ਜੱਟ ਦੇ ਪ੍ਰਤੀ 4 ਸ਼ਬਦ ਕਹਿ ਦਿੱਤੇ, ਤੇ ਜੱਟ ਬੰਦੇ ਨੇ ਸੁਣ ਕੇ ਜ਼ਿਮੀਂਦਾਰ, ਉਹਨੇ ਕਿਹਾ ਜੀ ਮੇਰੇ ਵਰਗਾ ਕੌਣ। ਠੀਕ ਆ, ਲੋੜ ਪਈ ਵਿਆਹਾਂ ਸ਼ਾਦੀਆਂ ਵਿੱਚ ਨੱਚਣ ਟੱਪਣ ਦੇ ਗੀਤ ਗਾਤੇ, ਲੋੜ ਪਈ ਇਹਨਾਂ ਨੂੰ, ਦੇਖਿਆ ਮਾਹੌਲ ਬਣੇ ਸ਼ਰਾਬਾਂ ਕਬਾਬਾਂ ਦੇ ਗੀਤ ਗਾਤੇ। ਮੈਨੂੰ ਖਿਮਾ ਕਰਿਓ, ਲੋੜ ਪੈਂਦੀ ਹੈ ਆਪਣੀ ਮਾਇਆ ਖਾਤਰ, ਕੇਵਲ ਪ੍ਰਭਤਾ ਦੀ ਖਾਤਰ ਧੀਆਂ ਭੈਣਾਂ ਦੀ ਇੱਜ਼ਤ ਪੱਤ ਰੋਲ ਕੇ ਵੀ ਗੀਤ ਗਾਉਂਦੇ। ਤੇ 4 ਦਿਨਾਂ ਬਾਅਦ ਜੇ ਕਿਤੇ ਕੋਈ ਵਧੀਆ ਸ਼ਬਦ, ਅਸੀਂ ਕਹਿੰਦੇ ਜੀ ਇਹ ਬੰਦਾ ਜੀ ਬੜਾ ਜੀ, ਬੜੀ ਗਿਆਨ ਧਿਆਨ ਦੀ ਗੱਲ ਕੀਤੀ। ਗੁਰਮੁਖੋ ਇੱਕ ਗੱਲ ਚੇਤਾ ਰੱਖੋ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਬਾਣੀ ਤੋਂ ਵੱਧ ਕੇ ਇਹਦੇ ਤੋਂ ਉੱਤਮ ਉੱਚਾ ਤੇ ਸੁੱਚਾ ਉਪਦੇਸ਼ ਕੌਣ ਮਾਈ ਦਾ ਲਾਲ ਦੇ ਸਕਦਾ। ਮੈਂ ਜਿਹੜੀ ਬੇਨਤੀ ਕਹਿਣ ਲੱਗਿਆ ਸਾਂ, ਖੈਰ ਹੁਣ ਹਰ ਜਿਹਨੇ ਧਰਮ ਦਾ ਚਿੰਨ੍ਹ ਪਾਇਆ, ਠੀਕ ਹੈ, ਇਹ ਗੱਲ ਚੇਤਾ ਰੱਖਿਓ। ਇੱਕ ਬੇਨਤੀ ਮੈਂ ਤੁਹਾਨੂੰ ਕਹਿ ਦਿਆਂ, ਉਹ ਸੱਜਣ ਨੇ ਇੱਕ ਗੱਲ ਕੀ ਸੀ, ਪ੍ਰੋਫੈਸਰ ਤੇਜਾ ਸਿੰਘ ਜੀ ਨੇ, ਉਹਨੇ ਇੱਕ ਗੱਲ ਕੀ MA, ਉਹਨੇ ਕਿਹਾ ਅੱਜ ਜਦੋਂ ਅਸੀਂ ਕਹਿੰਦੇ ਕੋਈ ਸਿੱਖ ਨਹੀਂ ਰਿਹਾ, ਤੇ ਗਾਉਣ ਵਾਲੇ ਕਈ ਵਾਰੀ ਆਮ ਬੰਦਾ ਵਰ ਦਿੰਦਾ ਜੀ ਤੁਹਾਡੇ ਨਾਲ ਉੱਤੇ ਅਸੀਂ ਚੰਗੇ ਹਾਂ, ਜਿੰਨਾ ਅੰਮ੍ਰਿਤ ਨਹੀਂ ਛਕਿਆ, ਦਸਤਾਰ ਨਹੀਂ ਬੰਨੀ, ਫਲਾਨਾ ਅੰਮ੍ਰਿਤਧਾਰੀ ਇਸ ਤਰ੍ਹਾਂ ਕਰ ਰਹੀ ਹੈ। ਉਹ ਪ੍ਰੋਫੈਸਰ ਤੇਜਾ ਸਿੰਘ ਨੇ ਕਿਹਾ ਜਦੋਂ ਕਹਿੰਦੇ ਹੋ ਨਾ ਕੋਈ ਸਿੱਖ ਨਹੀਂ ਰਿਹਾ, ਉਹਨੇ ਇੱਕ ਗੱਲ ਕੀ ਕਹਿਣ ਲੱਗੇ, ਉਸ ਟੀਚਰ ਅਧਿਆਪਕ ਨੂੰ ਪੁੱਛ ਕੇ ਵੇਖੋ, ਜਿਸ ਅਧਿਆਪਕ ਦੀ ਕਲਾਸ ਵਿੱਚ ਬੱਚੇ ਬੈਠੇ ਨੇ, ਬਾਹਰੋਂ ਬੰਦਾ ਆ ਕੇ ਕਹੇ ਤੇਰੀ ਕਲਾਸ ਵਿੱਚ ਇੱਕ ਵੀ ਉਹ ਬੱਚਾ ਨਹੀਂ ਜਿਹਨੇ ਤੇਰੀ ਪੜ੍ਹਾਈ ਨੂੰ ਪੜ੍ਹਿਆ ਹੋਵੇ ਜਾਂ ਉਹਨੇ ਪੜ੍ਹਾਈ ਵਿੱਚ ਵਿਦਿਆ ਹਾਸਲ ਕੀਤੀ ਹੋਵੇ, ਕੋਈ ਮੁਕਾਮ ਪ੍ਰਾਪਤ ਕੀਤਾ ਹੋਵੇ। ਉਹਨੇ ਕਿਹਾ ਜਦੋਂ ਇਹ ਗੱਲ ਕਹੋਗੇ, ਚਲੋ ਬੱਚਿਆਂ ਨੂੰ ਫਰਕ ਨਹੀਂ ਪੈਣਾ, ਪਰ ਉਸ ਉਸਤਾਦ, ਉਸ ਟੀਚਰ ਨੂੰ ਪੁੱਛ ਕੇ ਵੇਖੋ ਉਹਦੇ ਦਿਲ ਤੇ ਕੀ ਬੀਤਦੀ ਹੈ। ਮੈਂ ਪੜ੍ਹਾਉਂਦਾ ਰਿਹਾ, ਚਲੋ ਜੇ 100 ਨੂੰ ਪੜ੍ਹਾਇਆ, ਕਿ ਮੇਰੀ ਕਲਾਸ ਵਿੱਚੋਂ 5 ਵੀ ਨਹੀਂ ਜਿਹੜੇ ਸਫਲ ਹੋ ਸਕੇ। ਉਹਨੇ ਕਿਹਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਨੇ। ਯਾਦ ਰੱਖੋ, ਠੀਕ ਹੈ ਕੁਝ ਬੰਦੇ ਹੁੰਦੇ ਨੇ ਧਰਮ ਦਾ ਬਾਣਾ ਪਾ ਕੇ ਵੀ ਉਹ ਧਰਮ ਨਹੀਂ ਕਮਾਉਂਦੇ, ਪਰ ਇਹ ਕਹੋ ਵੀ ਕੋਈ ਸਿੱਖ ਨਹੀਂ, ਗੁਰਮੁਖੋ ਇਹ ਗੱਲ ਢੁਕਦੀ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੇ ਜੁਗੋ ਜੁਗ ਅਟਲ ਨੇ। ਅੱਜ ਵੀ ਸਮਾਂ ਭਾਵੇਂ ਕਿਹੋ ਜਿਹਾ ਹੋਵੇ, ਗੁਰੂ ਨਾਨਕ ਦੇ ਘਰ ਦੇ ਸਿੱਖ ਵੀ ਕਰਨੀ ਵਾਲੇ ਪਏ ਨੇ,
बहुत पे ने। हुण साडे कोल थर्मामीटर ते है नहीं, किसी बंदे कोल की पैमाना तुसीं किवें तोलोगे? धर्म की गल, धर्म ते गुरमुखो कोई पैमाना नहीं भी वो धर्मी है वो नहीं। धर्म ते ये हर बंदा गुरु जानदा है भी किहड़ा धर्म नूं कमा रहा है, किहड़ा धर्म नूं नहीं कमा रहा। पर मैं जिहड़ी बेनती कहन लग्या सा, जे कोई धर्म का बाणा पा के गुनाह करदा है, एक बंदा जिन्हें अमृत भी नहीं छकिया, जिन्हें केस भी नहीं रखे, दस्तार भी नहीं बनता, बाणी भी नहीं पढ़ता, बाणी की समझ भी कोई नहीं, वो कहे जी असी इन्हां नालों चंगे। मैं एक बेनती करा, तेनू हक नहीं मिल गया भी जे एक ने गुनाह किया तो तू बाणी पढ़नी नहीं, तू अमृत छकना ही नहीं, तू केस रखनी नहीं। ये तो हर एक लिए महाराज का हुक्म है, सब लिए हुक्म है। मैं एक बेनती फिर कह के गां तुरा, एक गल चेता रखो, धर्म की गल इस तरह है जिमें आप मानो जी 1000 बंदा बैठा है, सारिਆਂ ਨੂੰ पानी की प्यास लगी है, 1000 बंदा है, गर्मी की रोते पानी की प्यास लगी, जेड़ा पीएगा उसकी तृप्ति होएगी, बाकी तो वेखण वाले ने। मान लो 1000 विचों 5 जने पानी पी लिया, प्यास लगी सी, 5 का अंदर तृप्त हो गया, उन्होंने पता भी पानी किमें अंदर नूं रस दिंदा है। यकीन जानो एवें एक दूजे ते उंगलां करनियां, ये धर्म कमाउंदा ये नहीं कमाउंदा, गुरमुखो ये बहुती लाहे की गल नहीं। लाहा तो इस गल विच कि असी आपो अपने धर्म नूं कमाईए, धर्म नूं कमाईए। कल्ले आए आ, जिंद ने कल्लियां ने जाना है, लेखा कल्ले दा होना है। जदों लेखा आउणा उत्थे नहीं पुछना भी बंदे तू ते फलाना, हाँ तू फलाने नाल चंगा। महाराज ने कहना परमात्मा दे दर बंदे तू की करके आए हैं ये दस, तू की कमाया। महाराज ने अज बाणी विच कहा, इत्थे जिहड़ा बचन वरतिया, कहन लगे सिद्ध होवां सिद्ध लाई, सिद्ध दर ते पुग्या होया जोगी। जे मैं सिद्ध बन जावां, सिद्ध लाई समाधि लाई होवे, रिद आखां आओ मेरे कोल रिधियां सिद्धियां आ जान, एहो जी करामात आ जे गुप्त प्रगट होए बैसा लोक राखै पाओ। जदों चित करे गुप्त हो जावां, जदों चित करे प्रगट हो जावां, एहो जी करामात आ जान, सिद्धियां आ जान। पर महाराज ने कहा, गुरु नानक साहब कहते एहो जी करामात भी आ जाए ना, मत देख भूला विसरै तेरा चित ना आवे नाओ, मता मालका मैं तेरा नाम भुल जावां, तेरा नाम मेरे चित विच ना आए तो मैं इहो जी करामात तो भी की लेने। महाराज ने अखीरला बचन वरत्या, सुल्तान होवां मेल लश्कर, सुल्तान दर च बादशाह होवां, मेल लश्कर दर च लश्कर दर च हुंदे फौजां, फौजां मेरे कोल होण। सुल्तान होवां मेल लश्कर, तख्त राखां पाओ ते तख्त भी मेरे कोल होवे, तख्त मेरे कोल होवे, हुक्म चले मेरा। मारे कहन लगे हुक्म हासिल करी बैठा, नानका सब वाओ मेरा हुक्म चलदा है। फिर ये अर्थां नूं सुनियो, मारे कहंदे सुल्तान होवां बादशाह होवां मैं, फौजा मेरे कोल होण, तख्त मेरे कोल होवे, जो मैं कहां प्रजा ते हुक्म चले। मारे कह लगे इन्नी सत्ता भी कोल आ जाए ना, सुल्तान होवां मेल लश्कर तख्त राखां पाओ, हुक्म हासिल करी बैठा लोक राखै, हुक्म हासिल करी बैठा नानका सब वाओ। अगे क्या जी, मत देख भूला विसरै, इन्ना कुछ हुंदियां भी मालका तेरा नाम ना भुल जाए। मता किते वो भुल गया, तेरा चित ना आवे नाओ, ते तेरा नाम मेरे चित विच ना आया, ये बादशाही भी किसे काम दी नहीं। सतगुरु ने बाणी विच एक बचन कहा सी, दुध बिन धेन पंख बिन पंखी, जल बिन उत्पज काम नहीं, क्या सुल्तान सलाम बिहुना अंधी कोठी तेरा नाम नहीं। ये अर्थ पता की ने?
मारे कहने लगे जेड़ा पशु दुध ना दे, दुध तो बिना गां पशु कोई काम का नहीं। लोग कदर नहीं करते, डंडे मार के बाहर कढ़ देंगे। जेड़े दुधारू पशु ने असीं किलियां ते बन्ने ने, दिन रात बंदा सेवा में जुड़े, पर जेड़ा दुध नहीं दिंदा बंदा आवारा पशु कह लो, बंदा डंडा मार के बाहर कर दे। महाराज ने क्या दुध बिन तेन, दुध तो बिना पशु काम दा नहीं। पंख बिन पंखी, पंछी दे खंभ कोई पुट दे बेचारा, पंखा तो बिना खंभा तो बिना किसी काम दा नहीं, उडारी जोगा नहीं रहेगा। दुध बिन तेन, पंख बिन पंखी, जल बिन उत्पज काम नहीं। पानी ना लगे, पानी ना मिले, फसल कोई काम दी नहीं रहिंदी, सुक जाती खेत विच। जल बिन उत्पज काम नहीं। क्या सुल्तान सलाम भी होना, वो बादशाह किस काम का जिन्हों कोई सलाम ही ना करे। महाराज ने क्या अंधी कोठी तेरा नाम नहीं, कहने लगे बंदा भी किसी काम का नहीं जिहदे हिरदे विच परमेश्वर का नाम नहीं। फिर सुनियो, महाराज कहते जिमें दुध तो बिना पशु काम का नहीं, खंभा तो बिना पंछी काम का नहीं। महाराज कहने लगे पानी तो बिना खेती जमीन काम दी नहीं। हजूर कहने लगे कोई सलाम ना करे बादशाह किसी काम का नहीं। बंदे तेरे हिरदे विच परमेश्वर का नाम नहीं, बंदे तू भी किसी काम का नहीं। ये गुरु ग्रंथ साहिब के बचन ने। साहिब कृपा करे, रहमत करे। अज ये श्री राग का पहला शब्द आप विचारे है, जोड़ा कि 14 अंग ते सुशोभित है। आप सुभागे हो, गुरु चरणों विच आउंदे हो, बैठ के बाणी नाम श्रवण करदे हो। ये समा सफल है, फल सहित है। भुल चुक दी खिमा बख्शो जी। लोक सुखीए परलोक सुहेले, नानक हर प्रभ आपे मेले। आखो जी वाहिगुरु जी का खालसा, वाहिगुरु जी की फतेह।